ਕਾਂਛੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਨਮਸਕਾਰ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਬਿਸ਼ਨ ਦਾਸ ਬੈਂਸ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪਹਿਲਾਂ ਦੀ ਤਰ੍ਹਾਂ ਪੇਸ਼ ਹੋਇਆ ਹਾਂ ਔਰ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇਣ ਲਈ ਮੇਰੇ ਸਾਥੀ ਸਮਾਜ ਵੀਕਲੀ ਦੇ ਚੀਫ ਐਡੀਟਰ ਦਵਿੰਦਰ ਚੰਦਰ ਜੀ। ਦਵਿੰਦਰ ਜੀ, ਤੁਹਾਡਾ ਸਵਾਗਤ ਹੈ ਕਾਂਛੀ ਟੀਵੀ ਦੇ। ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ। ਪਿਆਰੇ ਦਰਸ਼ਕੋ, ਅਸੀਂ ਭਖ ਦਾ ਮਸਲਾ ਜਿਹੜਾ ਪਿਛਲੇ ਹਫ਼ਤੇ ਵੀ ਅਸੀਂ ਕੀਤਾ, ਇਹ ਕਿ ਯੂਕਰੇਨ ਦੇ ਵਿੱਚ ਜੋ ਕੁਛ ਚੱਲ ਰਿਹਾ, ਰਸ਼ੀਆ ਦਾ ਜੋ ਕੁਛ ਉੱਥੇ ਬੰਬਾਰਮੈਂਟ ਹੋਈ ਆ ਔਰ ਬਹੁਤ ਹੀ ਦਰਦਨਾਕ ਹੈ। ਅੱਜ 8 ਦਿਨ ਹੋ ਗਏ ਔਰ ਰਸ਼ੀਆ ਨੇ ਉੱਥੇ ਟੈਂਕ, ਹਵਾਈ ਜਹਾਜ਼, ਫੌਜ ਔਰ ਇਹ ਆ ਕਿ ਨਾ ਕੋਈ ਸਰਕਾਰੀ ਫੌਜ ਦਾ ਦਫ਼ਤਰ ਦੇਖਦੇ ਆ, ਨਾ ਸਿਵਲੀਅਨ ਦਾ ਦਫ਼ਤਰ ਦੇਖਦੇ ਆ, ਨਾ ਬੱਚਾ, ਨਾ ਬੁੱਢਾ ਔਰ ਨਾ ਜਵਾਨ, ਕੋਈ ਨਹੀਂ ਦੇਖਦੇ। ਬੰਬਾਰਮੈਂਟ ਕਰ ਕਰਕੇ ਤਬਾਹੀ ਉਡਾਤੀ ਹੈ ਜੀ। ਔਰ ਇਸ ਟਾਈਮ 'ਤੇ ਇਹ ਆ ਕਿ ਮੈਨੂੰ ਸਭ ਤੋਂ ਪਹਿਲਾਂ ਇੱਕ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਚੇਤੇ ਆਇਆ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨ ਆਇਆ, ਤੈਂ ਕੀ ਦਰਦ ਨ ਆਇਆ, ਜੇ ਸਕਤਾ ਸਕਤੇ ਕੋ ਮਾਰੇ ਤਾਮਨ ਦੋਸ਼ ਨ ਕੋਈ, ਸਕਤਾ ਛੀ ਮਾਰੇ ਪੈ ਬੱਗੇ ਤਾਂ ਇਹ ਦੋਸ਼ ਖਸਮੋਈ। ਜੇ ਬਹੁਤ ਤਾਕਤਵਰ ਇਹ ਆ ਕਿ ਜਿਹਨੂੰ ਛੀ ਜਾਂ ਸ਼ੇਰ ਕਹਿੰਦੇ ਆ, ਉਹ ਗਾਈਆਂ, ਬੱਕਰੀਆਂ ਜਾਂ ਭੇਡਾਂ ਇਹਨਾਂ ਨੂੰ ਮਾਰੀ ਜਾਵੇ ਤਾਂ ਮੇਰੀ ਇਹ ਸ਼ਿਕਾਇਤ ਹੈਗੀ ਆ। ਗੁਰੂ ਨਾਨਕ ਦੇਵ ਜੀ ਨੇ ਇਹ ਆ ਕਿ ਬਾਬਰ ਦੇ ਹਮਲਿਆਂ ਤੋਂ ਜਦੋਂ ਇੰਡੀਆ ਦੇ ਵਿੱਚ ਹਮਲੇ ਹੋਏ 1526-27 ਦੇ ਵਿੱਚ, ਉਹਨੂੰ ਪ੍ਰਭਾਵਿਤ ਹੋ ਕੇ ਘਾਲੂ ਘਾਰਾ ਜੋ ਕੁਛ ਹੋਇਆ ਸੀਗਾ, ਉਹਨਾਂ ਨੇ ਲਾਈਨਾਂ, ਇਹ ਸ਼ਲੋਕ ਲਿਖੇ ਸਨ ਔਰ ਇਹ ਇਸ ਟਾਈਮ 'ਤੇ ਯੂਕਰੇਨ ਦੇ ਵਿੱਚ ਵੀ ਉਸੇ ਹੀ ਤਰ੍ਹਾਂ ਹੀ ਇਹ ਆ ਕਿ ਲਾਗੂ ਹੁੰਦੇ ਆ। ਔਰ ਕੁਦਰਤ ਦਾ ਕਹਿਰ ਦੇਖੋ ਪਿਆਰੇ ਦਰਸ਼ਕੋ ਕਿ 2 ਸਾਲ ਹੋਏ ਕਰੋਨਾ ਵਾਇਰਸ ਜਿਹੜੀ ਬਿਮਾਰੀ ਆ, ਉਹਨੇ ਦੁਨੀਆ ਦੇ ਵਿੱਚ ਇੱਕ ਤੂਫਾਨ ਉਡਾਇਆ ਹੋਇਆ ਸੀ। ਥੋੜ੍ਹੀ ਜਿਹੀ ਇਹ ਆ ਕਿ ਉਹ ਤੋਂ ਰਹਿਤ ਮਿਲੀ ਆ, ਥੋੜ੍ਹੀ ਜਿਹੀ ਬਿਮਾਰੀ ਖਤਮ ਹੋਈ ਆ। ਅਤੇ ਇਸ ਵੇਲੇ ਜਿਹੜੇ ਰਮਾਨ ਹੈਗੇ ਆ ਯੂਕਰੇਨ ਦੇ, ਰਸ਼ੀਆ ਦੇ, ਉਹ ਤੀਸਰੀ ਵਰਲਡ ਵਾਰ ਦੇ ਰਮਾਨ ਹੈਗੇ ਆ। ਔਰ ਇੱਕ ਛੋਟਾ ਜਿਹਾ ਮੁਲਕ ਹੈਗਾ, ਦੇਖ ਲਓ ਯੂਕਰੇਨ, ਇਹ ਮੇਰਾ ਖਿਆਲ 43 ਮਿਲੀਅਨ ਦੀ ਉਹਦੀ ਆਬਾਦੀ ਹੈ ਜੀ। ਔਰ ਇਹ ਆ ਕਿ 233 ਸਕੁਏਰ ਮਾਈਲ ਇਹ ਆ ਕਿ ਉਹ ਛੋਟਾ ਜਿਹਾ ਦੇਸ਼ ਹੈਗਾ। ਔਰ ਤੁਸੀਂ ਇਹ ਦੇਖ ਲਓ ਭਈ ਪੰਜਾਬ ਦੀ ਵੀ 3 ਕਰੋੜ ਦੀ ਆਬਾਦੀ ਦੇ ਕਰੀਬ ਹੈ ਜੀ। ਹਾਂਜੀ, ਕਿੰਨਾ ਕੁ ਵੱਡਾ ਮੁਲਕ ਹੋਏਗਾ ਔਰ ਰਸ਼ੀਆ ਦੇ ਵਿੱਚੋਂ ਹੀ ਨਿਕਲਿਆ ਉਹ ਮੁਲਕ ਹੈਗਾ। ਔਰ ਜਿਹੜੀਆਂ ਸ਼ਰਤਾਂ ਵੀ ਮੂਹਰੇ ਰੱਖੀਆਂ ਜਾ ਰਹੀਆਂ ਜਾਂ ਸਮਝੌਤਾ ਕਰਨ ਦੀਆਂ ਗੱਲਾਂ ਹੋ ਰਹੀਆਂ, ਉਹਦੇ ਬਾਰੇ ਆਪਾਂ ਦਵਿੰਦਰ ਜੀ ਡਿਟੇਲ 'ਚ ਗੱਲ ਕਰਾਂਗੇ। ਪਰ ਇਹ ਆ ਕਿ ਅਸੀਂ ਟੈਲੀਵਿਜ਼ਨ ਤੁਸੀਂ ਵੀ ਦੇਖਦੇ, ਅਸੀਂ ਵੀ ਦੇਖਦੇ ਹਾਂ, ਬੰਬਾਰਮੈਂਟ ਦੇਖ ਕੇ ਦਿਲ ਦਹਿਲ ਜਾਂਦਾ। ਬੱਚੇ ਠੰਡ ਦੇ ਵਿੱਚ, ਬਜ਼ੁਰਗ, ਬੁੜੇ ਠੰਡ ਦੇ ਵਿੱਚ ਹਜ਼ਾਰਾਂ ਹੀ ਮੀਲਾਂ ਤੁਰ ਕੇ ਇਹ ਆ ਕਿ ਬਾਰਡਰਾਂ 'ਤੇ ਜਾ ਰਹੇ ਆ, ਦੌੜ ਰਹੇ ਆ, ਬੰਬਾਰਮੈਂਟ ਤੋਂ ਬਚ ਰਹੇ ਆ, ਸੇਲਿਆਂ ਦੇ ਵਿੱਚ ਥੱਲੇ ਬੰਕਰ ਦੇ ਵਿੱਚ ਜਾ ਰਹੇ ਆ। ਔਰ ਬੜੀ ਹੀ ਦਰਦਨਾਕ ਕਹਾਣੀ ਅਸਲੇ ਯੂਕਰੇਨ ਦੀ ਹੈਗੀ ਆ ਔਰ ਉਹਦੇ 'ਤੇ ਆਪਾਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਾਂਗੇ। ਹਾਂਜੀ ਦਵਿੰਦਰ ਜੀ, ਤੁਸੀਂ। ਹਾਂਜੀ, ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਸਟਾਰਟ ਕੀਤਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਵਾਲ ਪੈਦਾ ਹੁੰਦਾ ਕਿ ਅੱਜ ਦੇ ਜ਼ਮਾਨੇ ਵਿੱਚ ਜੀ ਇਸ ਯੁੱਧ ਦੀ, ਇਸ ਲੜਾਈ ਦੀ ਜ਼ਰੂਰਤ ਕੀ ਆ? ਮਤਲਬ ਸਾਰਾ ਜਿਹੜਾ ਵਰਲਡ ਹੈਗਾ ਇੱਕ ਵਿਲੇਜ ਦੀ ਤਰ੍ਹਾਂ ਆਪਾਂ ਕਹਿੰਦੇ ਆ ਕਿ ਟੈਕਨੋਲੋਜੀ ਇੰਨੀ ਵੱਧ ਚੁੱਕੀ ਆ ਜੀ ਕਿ ਉਹਦੇ ਵਿੱਚ ਮਤਲਬ ਹੁਣ ਅੱਗੇ ਵਾਲਾ ਤਾਂ ਹੈ ਨਹੀਂ। ਇੱਕ ਰਾਜੇ ਨੇ ਦੂਜੇ ਰਾਜੇ 'ਤੇ ਰਾਜ ਕਰ ਲਿਆ ਅਤੇ ਆਪਣੀ ਸਲਤਨਤ ਵਧਾ ਲਈ ਅਤੇ ਸ਼ੋਅ ਕੀਤਾ ਕਿ ਮੈਂ ਵੱਡਾ ਰਾਜਾ ਹੈਗਾ ਜਾਂ ਮੈਨੂੰ ਉਹਦੇ ਵਿੱਚੋਂ ਲਾਭ ਜ਼ਿਆਦਾ ਹੋਊਗਾ।
मैं समझदा कि जिन्ना पैसा जी जिन्नी एनर्जी जिन्नी ताकत आर्मी ते हथियारां ते इस्तेमाल की जा रही अज जी जी हाँ जी अज जिहड़ा पैसा मतलब किया जा सकदा मतलब खर्चा बिल्कुल। वेस्ट किया जा रहा हाँ। एक पासे गरीबी आ उत्ते जहालत हाँ। आ भुखमरी आ हाँ। जिथे मैडिकल सर्विसिज चाहिदियां हैगियां जी मतलब और दूजे पासे इंतहा पैसा पूरे जे वर्ल्ड दे विच देखा जाए जिन्नियां भी सरकारां हैगियां हाँ जिन्ना पैसा वो मिलिट्री ते खर्च करदियां बिल्कुल जे वो लोक भलाई ते कीता जावे हाँ। तो पूरी दुनिया जिहड़ी है ना हाँ। बड़ी एक शांतमई तरीके नाल बिल्कुल। एक स्वर्ग दे तरीके नाल रह सकदी है बिल्कुल बिल्कुल है ना हाँ और दूसरी गल है कि कोई भी लड़ाई होवे हाँ। युद्ध तो बाद बुद्ध चेते आंदे आ हाँ युद्ध तो बाद बुद्ध चेते आते आ हाँ। करके हमेशा असीं ये कहते कि जिहड़ी लड़ाई वो माड़ी है युद्ध कोई भी आ वो माड़ा हैगा जिहड़ी आखिर जिहड़ी हैगी आ वो शांति नाल प्यार नाल गल करके ਉਹਦਾ हल ਲੱਭਣਾ ਪੈਂਦਾ है बिल्कुल सो चंगी गल है कि जे उस तो पहले ही सियाणप वरती जावे हाँ और जिहड़ी लड़ाई हैगी आ युद्ध हैगा जिहड़ी वोर हैगी आ ਇਹਨੂੰ ਨਾ ਆਰੰਭਿਆ ਜਾਵੇ जी ਔਰ ਜਿਹੜੀ ਲੋਕਾਂ ਦੇ ਔਰ ਪੂਰੇ ਸਮਾਜ ਦੇ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਤੁਸੀਂ ਵੇਖੋ ਇੱਕ ਜੇ ਸਰਕਾਰ ਇੱਕ ਦੇਸ਼ ਕਿਸੇ ਦੂਸਰੇ ਦੇਸ਼ 'ਤੇ ਰਾਜ ਕਰਦਾ जी ਤੇ ਉਹ ਤੋਂ ਕੀ ਹਾਸਲ ਕਰ ਸਕਦਾ ਜਾਂ ਉਹਨਾਂ ਨੂੰ ਕੀ ਦੇ ਸਕਦਾ हाँ ਉਹਦੇ ਆਪਣੇ ਦੇਸ਼ ਵਿੱਚ ਭੁੱਖਮਰੀ ਆ ਹਾਂ। ਗਰੀਬੀ ਆ ਬਿਲਕੁਲ। ਅਨਪੜ੍ਹਤਾ ਉਹਨਾਂ ਨੂੰ ਸਹੂਲਤਾਂ ਨਹੀਂ ਦੇ ਰਹੇ ਔਰ ਦੂਸਰੇ ਮੁਲਕ ਨੂੰ ਹਾਂ। ਜੇ ਉਹਦੇ ਉੱਤੇ ਕਬਜ਼ਾ ਕਰਨਗੇ ਤਾਂ ਉਹਨੂੰ ਕੀ ਦੇ ਸਕਦੇ ਆ हाँ ਯੂ ਨੋ ਹੁਣ ਯੂਕਰੇਨ ਅੱਗੇ ਗਰੀਬ ਕੰਟਰੀ ਆ ਰਸ਼ੀਆ ਆਪਣੇ ਤੌਰ ਤੇ ਵੀ ਕਿਹੜੀ ਬਹੁਤ ਮਤਲਬ ਹੈਗਾ ਹਾਂ, ਹਾਂ। ਯੂ ਨੋ ਤੇ ਹੁਣ ਦੋਨੇ ਹੀ ਦੇਸ਼ ਨੁਕਸਾਨ ਕਰ ਰਹੇ ਆ ਹਾਂ। ਔਰ ਆਲਰੇਡੀ ਇੰਨਾ ਨੁਕਸਾਨ ਹੋ ਚੁੱਕਾ ਕਿ ਉਹਦੀ ਭਰਪਾਈ ਕਰਨ ਨੂੰ ਬਹੁਤ ਚਿਰ ਲੱਗ ਸਕਦਾ बिल्कुल ਯੂ ਨੋ ਹਾਂ। ਔਰ ਹਾਲੇ ਇਹਦਾ ਅੰਤ ਪਤਾ ਨਹੀਂ ਕਿੱਥੇ ਹੋਊਗਾ हाँ ਯੂ ਨੋ ਪਤਾ ਨਹੀਂ ਕੀ ਰੰਗ ਰੂਪ ਇਹਦਾ ਰੰਗ ਢੰਗ ਕੀ ਹੋਊਗਾ जी ਜੇ ਕਿਤੇ ਸਿਵਲ ਵਾਰ ਵੱਲ ਨੂੰ ਆਪਣੇ ਵਰਲਡ ਵਾਰ ਵੱਲ ਨੂੰ ਵੱਧਦੀ ਹੈਗੀ ਆ हाँ ਔਰ ਜੇ ਪਰਮਾਣੂ ਹਥਿਆਰ ਇਸਤੇਮਾਲ ਵਰਤੇ ਜਾਂਦੇ ਕਿਤੇ हाँ जी ਤੇ ਪੂਰੀ ਇਹ ਇੱਕ ਸਾਡਾ ਪੂਰਾ ਪਲੈਨਟ ਅਰਥ ਜਿਹੜਾ ਹੈਗਾ ਇਹ ਇੱਕ ਤਰ੍ਹਾਂ ਦਾ ਮਤਲਬ ਇਹਦਾ ਨਾਸ਼ ਹੋਣ ਵਾਲੀ ਗੱਲ ਹੈਗੀ ਆ ਦਵਿੰਦਰ ਜੀ ਹੈਦੇ ਤੇ ਤੁਹਾਡੀ ਗੱਲ ਮੈਂ 1 ਮਿੰਟ ਰੋਕਦਾ ਜੀ ਕਿ ਪੁਟਿਨ ਨੇ ਆਪਣੇ ਜਿਹੜੇ ਕਮਾਂਡਰਸ ਹੈਗੇ ਆ ਜੀ ਉਹਨਾਂ ਨੂੰ ਪਰਮਾਣੂ ਜਿਹੜੇ ਬੰਬ ਹੈ ਜੀ ਉਹਨਾਂ ਨੂੰ ਚੈੱਕ ਕਰਨ ਟੈਸਟ ਕਰਨ ਔਰ ਗੈਟ ਰੈਡੀ ਟੂ ਉਹਨਾਂ ਨੇ ਇਹ ਕਹਿ ਦਿੱਤਾ ਜੀ ਜੀ ਹੈ ਜੀ ਭਾਈ ਹੋ ਸਕਦਾ ਸਾਨੂੰ ਜ਼ਰੂਰਤ ਪਈ ਜੀ। ਤਾਂ ਅਸੀਂ ਜ਼ਰੂਰ ਯੂਜ਼ ਕਰਾਂਗੇ ਦੇਖੋ ਨਾ ਬਿਲਕੁਲ। ਹੈ ਜੀ ਹੈਲੋ ਜੀ ਜੈਗਰਦੇਵ ਜੈਪੀ ਕੌਣ ਤੇ ਕਿੱਥੋਂ ਸਾਹਿਬ ਜੀ हेलो सर मैं डॉक्टर मोहम्मद बोल रहे हैं ਡਾਕਟਰ ਮੁਹੰਮਦ ਜੀ ਤੁਹਾਡਾ ਸਵਾਗਤ ਹੈ ਕਾਂਚੀ ਟੀਵੀ ਤੇ ਕੀ ਕਹਿਣਾ बड़ा ਚਾਹੁੰਦੇ टॉपिकल ਤੁਸੀਂ ਦੇਖੋ ਮਤਲਬ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਕਿ ਦੁਆ ਕਰਨ ਜਾਂ ਅਰਦਾਸ ਕਰਨ ਕਿ ਜੰਗ ਜਲਦੀ ਬੰਦ ਹੋਵੇ ਕਿਉਂਕਿ ਦੇਖੋ ਕਿੰਨੀ ਤਬਾਹੀ ਹੋ ਰਹੀ ਹੈ ਕੁਝ ਕਹਿੰਦੇ 10 ਲੱਖ ਤੋਂ ਜ਼ਿਆਦਾ ਲੋਕ ਰਿਫਿਊਜੀ ਦੂਸਰੇ ਮੁਲਕਾਂ 'ਚ ਜਾ ਰਹੇ ਨੇ ਯੂਕਰੇਨ ਤੋਂ ਜੀ ਜੀ ਤੇ ਮਤਲਬ ਇਹ ਜੰਗ ਨਾਲ ਕੁਝ ਹਾਸਲ ਨਹੀਂ ਹੋਏਗਾ ਸਿਵਾਏ ਐਸੇ ਕਿ ਲੋਕ ਤਬਾਹੀ ਹੋਏਗੀ ਬਰਬਾਦੀ ਹੋਏਗੀ ਜੀ ਤੇ ਹੁਣ ਇੱਕ ਹੋਰ ਮੈਂ ਗੱਲ ਕਰਨਾ ਚਾਹਨਾ ਕਿ ਇਹ ਰੂਸ ਜਿਹੜਾ ਨਾ ਇਹ ਸੁਪਰ ਪਾਵਰ ਆਪਣੇ ਆਪ ਨੂੰ ਕਹਿਲਾਉਂਦਾ ਹੈ ਹੁਣ ਦੇਖੋ रूस की ते यूक्रेन की लड़ाई नहीं मैं समझदा मेरे एनालिसिस के मुताबिक अमरीका ਜਿਹੜਾ ਪਹਿਲੇ ਵਾਹ ਸੁਪਰ ਪਾਵਰ ਸੀ ਤੇ ਰੂਸ ਚਾਹੁੰਦਾ ਹੈ ਕਿ ਉਹ ਅਮਰੀਕਾ ਦਾ ਮੁਕਾਬਲਾ ਕਰੇ ਹਾਂ ਹਾਂ ਅਮਰੀਕਾ ਨੇ ਵੀ ਤੁਹਾਨੂੰ ਮਤਲਬ ਉਹਦੀ ਹਿਸਟਰੀ ਦੇਖੋ ਨੇ ਮੁਲਕ ਸਾਰੇ ਦੁਨੀਆ 'ਚ ਬੜੀ ਤਬਾਹੀ ਮਚਾਈ ਵੀਅਤਨਾਮ ਅਫਗਾਨਿਸਤਾਨ ਵਿetnam ਅਫਗਾਨਿਸਤਾਨ ਹਾਂਜੀ ਤੇ ਉਹ ਰੂਸ ਜਿਹੜਾ ਉਹ ਦੱਸਣਾ ਚਾਹੁੰਦਾ ਹੈ ਕਿ ਤੂੰ ਫੰਨੇ ਖਾਨੀ ਛੱਡ ਤੇ ਆਪਣਾ ਸੁਲਹ ਸਫਾਈ ਵਾਲਾ ਤੇ ਬਹਰਾਲ ਜੋ ਕੁਝ ਵੀ ਬੈਕਗਰਾਉਂਡ ਹੈ ਜਾਂ ਜੋ ਕੁਝ ਵੀ ਪੁਰਾਣੀ ਹਿਸਟਰੀ ਉਹਨੂੰ ਭੁਲਾ ਕੇ ਹੁਣ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਜੰਗ ਬੰਦ ਹੋਵੇ ਤੇ ਤਬਾਹੀ ਮਜ਼ੀਦ ਨਾ ਹੋਵੇ ਲੋਕਾਂ ਨੂੰ ਇੰਨੇ ਲੋਕ ਬਰਬਾਦ ਹੋ ਰਹੇ ਨੇ ਹਰ ਦੁਨੀਆ ਦਾ ਹਰ ਫਰਦ ਮੇਰਾ ਖਿਆਲ ਹੈ ਲੜਾਈ ਨਾਲ ਅਫੈਕਟਡ ਹੈ ਕਿਉਂਕਿ ਹਰ ਇੱਕ ਦੀ ਇਨਸਾਨੀਅਤ ਦੇ ਨਾਲ ਹੈ ਬਿਲਕੁਲ ਚਾਹੁੰਦੇ ਹਾਂ ਕਿ ਲੜਾਈ ਜਲਦੀ ਬੰਦ ਹੋਵੇ ਤੇ ਸਾਰੇ ਜਿਹੜੇ ਜਿੰਨੇ ਵੀ ਧਰਮ ਨੇ ਜਿੰਨੇ ਵੀ ਮਜ਼ਹਬ ਨੇ ਸਾਰੇ ਇਨਸਾਨੀਅਤ ਨੂੰ ਦਾ ਸਬਕ ਦਿੰਦੇ ਨੇ ਤੇ ਕੋਈ ਇਨਸਾਨੀਅਤ ਨਹੀਂ ਕਹਿੰਦੀ ਕਿ ਇਸ ਤਰ੍ਹਾਂ ਜੰਗ ਹੋਵੇ ਤੇ ਤਬਾਹੀ ਹੋਏ ਅਖੀਰ ਇਹਨਾਂ ਨੇ ਟੇਬਲ ਟਾਕ ਕਰਨੀ ਹੈ ਅਖੀਰ ਸਲਾਹ ਕਰਨੀ ਹੈ ਤੇ ਉਹ ਹੁਣੇ ਕਰ ਲੈਣ ਹੁਣੇ ਹੀ ਉਹ ਜੰਗਬੰਦੀ ਕਰ ਲੈਣ ਜੀ ਤੇ ਬਹਰਾਲ ਅਸੀਂ ਸਾਰੇ ਦੁਆ ਕਰਨੇ ਆ ਕਿ ਜੰਗ ਜਲਦੀ ਬੰਦ ਹੋਵੇ ਤੇ ਜਿੰਨੀ ਤਬਾਹੀ ਹੋ ਰਹੀ ਹੈ ਮਸੀਜ਼ ਨਾ ਹੋਵੇ
ਥੈਂਕ ਯੂ ਵੈਰੀ ਥੈਂਕ ਯੂ ਜੀ ਡਾਕਟਰ ਮੁਹੰਮਦ ਜੀ, ਬਹੁਤ ਅੱਛੀ ਕੰਟਰੀਬਿਊਸ਼ਨ ਇਹਨਾਂ ਦੀ ਦਵਿੰਦਰ ਜੀ। ਹਾਂਜੀ, ਦੇਖੋ ਉਹਨਾਂ ਨੇ ਗੱਲ ਕੀਤੀ ਆ ਕਿ ਤਬਾਹੀ ਰੋਕਣ ਲਈ ਗੱਲਬਾਤ ਜਿਹੜੀ ਤੁਸੀਂ ਗੱਲ ਕਰਦੇ ਆ, ਉਹਨਾਂ ਨੇ ਵੀ ਉਹੀ ਗੱਲ ਕੀਤੀ ਆ। ਦੇਖੋ ਥਾਂ ਥਾਂ ਗੱਲਬਾਤ ਚੱਲ ਰਹੀ ਆ ਜੀ ਜੀ। ਔਰ ਪਹਿਲੀ ਤਾਂ ਗੱਲ ਇਹ ਆ ਕਿ ਪਿਛਲੇ ਹਫ਼ਤੇ ਵੀ ਯੂਕਰੇਨੀਅਨ ਦੀ ਲੀਡਰਸ਼ਿਪ ਔਰ ਰਸ਼ੀਆ ਦੀ ਲੀਡਰਸ਼ਿਪ ਨੇ ਮੀਟਿੰਗਾਂ ਕੀਤੀਆਂ ਔਰ ਕਿਸੇ ਮੁੱਦੇ ਤੇ ਕਿਸੇ ਰਿਜ਼ਲਟ ਤੇ ਨਹੀਂ ਪਹੁੰਚੇ। ਔਰ ਅੱਜ ਵੀ ਮੀਟਿੰਗ ਚੱਲ ਰਹੀ ਆ ਔਰ ਮੁੱਦੇ ਕਿਹੜੇ ਆ, ਸ਼ਰਤਾਂ ਕਿਹੜੀਆਂ, ਉਹਦੇ ਤੇ ਗੱਲ ਕਰਾਂਗੇ। ਹੈਲੋ ਜੀ, ਜੈ ਗੁਰਦੇਵ, ਜੈ ਪੀਰ ਕੌਣ ਤੇ ਕਿੱਥੋਂ ਸਾਹਿਬ ਜੀ? ਨਮਸਕਾਰ ਮਿਸਟਰ ਬੈਂਸ ਸਾਹਿਬ ਐਂਡ ਮਿਸਟਰ ਚੰਦਰ। ਭਜਨ ਸਿੰਘ ਜੀ, ਤੁਹਾਡਾ ਸਵਾਗਤ ਹੈ ਕਾਂਚੀ ਟੀਵੀ ਤੇ। ਥੈਂਕ ਯੂ। ਦੇਖੋ ਜਿਹੜੀ ਇਹ ਵਾਰ ਆ ਨਾ, ਇਹ ਤੋਂ ਹਰ ਇੱਕ ਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਜੀ ਜੀ, ਕਿਉਂਕਿ ਇਹ ਮਾਮੂਲੀ ਜੀ ਗੱਲ ਨਹੀਂ ਹੈਗੀ। ਬਿਲਕੁਲ, ਇਹ ਬਹੁਤ ਸੀਰੀਅਸ ਮੈਟਰ ਆ ਜੀ ਜੀ। ਮੈਂ ਅੱਗੇ ਵੀ ਤੁਹਾਨੂੰ ਇੱਕ ਕੋਟ ਕੀਤਾ ਸੀਗਾ, ਪਰ ਫਿਰ ਮੈਂ ਕਹਿੰਦਾ ਕਿ ਸਿਚੁਏਸ਼ਨ ਐਸੀ ਆ ਕਿ ਇੱਕ ਸ਼ੁਕਰ ਹੈ ਕਿ ਮਤਲਬ ਜਿਹੜੀਆਂ ਆਹ ਕੰਟਰੀਆਂ ਹੈਗੀਆਂ ਨੈਟੋ ਉੱਦਾਂ ਆਪਣਾ ਸਮਾਨ ਭੇਜ ਰਹੀਆਂ, ਕਸ਼ ਕਰ ਰਹੀਆਂ, ਲੇਕਿਨ ਆਪਣੀ ਆਰਮੀ ਭੇਜਣ ਤੋਂ ਬਿਲਕੁਲ ਇਹ ਮਤਲਬ ਨਹੀਂ ਭੇਜ ਰਹੀਆਂ। ਔਰ ਇਹ ਅਕਲਮੰਦੀ ਦੀ ਗੱਲ ਹੈ, ਇਹ ਮੈਚੁਰਿਟੀ ਦੀ ਗੱਲ ਹੈ, ਇਹ ਬਹੁਤ ਚੰਗੀ ਗੱਲ ਹੈ। ਬਿਲਕੁਲ ਬਿਲਕੁਲ, ਕਿਉਂਕਿ ਅਗਰ ਇਹਨਾਂ ਦੀ ਆਰਮੀ ਉੱਥੇ ਇਨਵੋਲਵ ਹੋ ਜਾਂਦੀ ਆ ਜੀ, ਦੈਨ ਮਿਸਟਰ ਬੇਨ ਸਾਹਿਬ ਸਾਰੀ ਵਰਲਡ ਜਿਹੜਾ ਹੈਗਾ ਨਾ, it will be engulfed in the war जी, and it is not a small war के मतलब भाई 5-7 प्लेन चलेगा तो आया, it is a nuclear war and ਜਿਹੜਾ ਰਸ਼ੀਆ ਹੈਗਾ ਉਹਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਬੜਾ ਹੀ ਇੱਕ ਕੱਟੜ ਕਿਸਮ ਦਾ ਆਦਮੀ ਆ ਜੀ, ਰੰਗੜ ਕਿਸਮ ਦਾ ਤੁਸੀਂ ਕਹਿ ਲਓ। ਉਹਨੇ ਰੱਤੀ ਪਰਵਾਹ ਨਹੀਂ ਕਰਨੀ, ਮਤਲਬ ਯੂ نو ਡਿਟਰੈਂਟ ਪੇਸ਼ ਕਰਨ ਵਾਸਤੇ ਉਹਨੇ ਪਹਿਲਾਂ ਵੀ ਕਿਹਾ ਹੈਗਾ ਜੀ ਜੀ। ਔਰ ਤੁਹਾਨੂੰ ਪਤਾ ਕਿ ਇਹ ਜਿਹੜੀ ਨਿਊਕਲੀਅਰ ਵਾਰ ਹੈਗੀ ਆ, ਇਹ ਕੋਈ ਮਾਮੂਲੀ ਗੱਲ ਨਹੀਂ ਹੈਗੀ ਜੀ ਜੀ। ਇਹਦੇ ਵਿੱਚ ਤਾਂ ਆਪਾਂ ਸਾਰੇ ਹੈਗਾ, ਕੋਈ ਬਚੇਗਾ ਨਹੀਂਗਾ। ਔਰ ਜਿਹੜੀ ਇੱਥੇ ਜਿਹੜੀਆਂ ਯੂਰਪ ਦੀਆਂ ਕੰਟਰੀਆਂ ਜੋ ਹੋਰ ਕਹਿ ਰਹੀਆਂ, ਉਹ ਬਹੁਤ ਅਕਲਮੰਦੀ ਨਾਲ ਕਹਿ ਰਹੀਆਂ ਵੀ ਅਸੀਂ 1.2 ਬਿਲੀਅਨ ਲੋਕਾਂ ਦੀ ਲਾਈਫ ਡੇਂਜਰ 'ਚ ਨਹੀਂ ਪਾ ਸਕਦੇ। ਬਿਲਕੁਲ, ਹਾਂਜੀ ਹਾਂਜੀ। ਸੋ ਮੈਂ ਹੀ ਕਹਿੰਦਾ, ਜਿੱਦਾਂ ਭਾਈ ਸਾਹਿਬ ਨੇ ਪ੍ਰੇਅਰ ਕੀਤੀ, ਆਪਾਂ ਦਾ ਦੁਆ ਹੀ ਕਰ ਸਕਦੇ ਹਾਂ ਬਈ ਦੇ ਸ਼ੁੱਡ ਯੂ نو ਕੋਈ ਸੈਂਸੀਬਲ ਤਰੀਕੇ ਨਾਲ ਇਹ ਵਾਰ ਜਿਹੜੀ ਆ ਖਤਮ ਹੋ ਜਾਏ। ਬਿਲਕੁਲ, ਤਾਂ ਕਿ ਜਿੰਨੀ ਇਹ ਲੰਬੀ ਹੋਈ ਜਾਂਦੀ ਆ ਉਹਨਾਂ ਹੀ ਖਤਰਾ ਪੈਦਾ ਹੋ ਰਿਹਾ ਜੀ ਜੀ। ਇਹ ਪਤਾ ਨਹੀਂ ਕਿਹੜੇ ਵੇਲੇ ਕੋਈ ਮਿਸਟੇਕ ਕਰ ਜਾਏ ਜੀ, ਸਮਝ ਲਓ ਹੋਰ ਕਹਿੰਦੇ ਜਿਹੜੇ ਕਾਰਗੋ ਜਾਂਦੇ ਆ ਉਹੀ ਉਹ ਡ੍ਰੌਪ ਕਰ ਦੇਣ, ਯੂ نو, ਜਾਂ ਉਹਨੂੰ ਥ੍ਰੈਟ ਸਮਝਣ, ਯੂ نو, ਇਟ ਕੈਨ ਐਸਕੂਲੇਟ ਇਨ ਮੈਨੀ ਵੇਜ਼। ਔਰ ਦੂਸਰੀ ਗੱਲ ਹੈ, ਚਲੋ ਜਿਹੜੀ ਇੰਡੀਆ ਦੀ ਜਿਹੜੀ ਪ੍ਰੈਸ ਹੈ ਨਾ, ਕਿ ਨਾਮ ਆਪਣੇ ਬੇਨ ਸਾਹਿਬ ਜੀ ਜੀ, ਉੱਥੇ ਤਾਂ ਜਣੇ ਖੜੇ ਨੇ ਟੈਲੀਫੋਨ, ਉੱਥੇ ਜਣੇ ਖੜੇ ਨੇ ਟੀਵੀ ਖੋਲਿਆ, ਯੂ نو, ਉੱਥੇ ਜਣਾ ਖਣਾ ਆਪਣੀਆਂ ਐਵੇਂ ਹੀ ਗੱਲਾਂ ਮਾਰੀ ਜਾਂਦੇ ਆ ਜੀ ਜੀ, ਯੂ نو, ਅਸੀਂ ਆਹ ਭੇਜ ਰਹੇ ਆ, ਅਸੀਂ ਆਹ ਐਸੀਆਂ ਗੱਲਾਂ ਕਰਦੇ ਆ ਜਿਹੜੀਆਂ ਬੱਚਿਆਂ ਦੀਆਂ ਗੱਲਾਂ, ਯੂ نو, ਇਹ ਜਿਹਨਾਂ ਬੱਚਿਆਂ ਦੀਆਂ ਗੱਲਾਂ ਕਰਦੇ ਆ। ਇਹ ਕਹਿੰਦੇ ਨਾ ਕਿ ਮਤਲਬ ਜਿਹਨਾਂ ਵੀ ਜਿਹਨਾਂ ਚੱਲ ਜਾਣਗੇ ਉੱਥੇ ਆਹ ਕਰਾਂਗੇ, ਜੇ ਕਰੇ ਬਣ ਕੇ। ਮੈਂ ਇਹੋ ਜਿਹੇ ਲੋਕਾਂ ਨੂੰ ਕਹਿੰਦਾ, ਰੱਬ ਦੇ ਵਾਸਤੇ ਅਕਲ ਤੋਂ ਕੰਮ ਲਓ, ਦੁਨੀਆ ਬਹੁਤ ਦੂਰ ਜਾ ਚੁੱਕੀ ਆ। ਆਪਣੇ ਦਿਮਾਗ ਦਾ ਹੌਲਾਪਨ ਲੋਕਾਂ ਨੂੰ ਨਾ ਦਿਖਾਓ, ਰਾਈਟ। ਇਹ ਉਸ ਮੁਲਕ ਦੀ ਵਾਰ ਆ, ਉਸ ਕਿਤੇ ਦੀ ਵਾਰ ਆ, ਉਹਨਾਂ ਲੋਕਾਂ ਨੂੰ ਸੋਲਵ ਕਰਨ ਦਿਓ। ਔਰ ਬੇਨ ਸਾਹਿਬ ਦੇਖੋ, ਆਪਾਂ ਮੇਰੇ ਇੱਕ ਦੋਸਤ ਨੇ ਬੜੀ ਅੱਛੀ ਗੱਲ ਕਹੀ, ਉਹ ਕਹਿੰਦਾ 2 ਸਾਲ ਸਾਡੇ ਕੋਵਿਡ ਦੇ ਨਾਲ ਲੰਘ ਗਿਆ, ਤੰਗੀ ਦੇ ਨਾਲ, ਆਪਾਂ ਸਾਰਿਆਂ ਨੇ ਸਬਰ ਕੀਤਾ, ਯੂ نو, ਪਰ ਜਿਹੜੀ ਆ ਜਿਹੜੀ ਵਾਰ ਆ ਜੀ, ਇਹ ਪਤਾ ਨਹੀਂ ਕਿੰਨਾ ਚਿਰ ਲੈ ਜਾਏ ਜੀ। ਇਹ ਨਹੀਂ ਕਹਿੰਦਾ ਵੀ ਵਾਰ ਮਤਲਬ ਚੱਲਦੀ ਆ ਤੇ ਇਹਦੇ ਨਾਲ ਜਿਹੜੇ ਇਫੈਕਟਸ ਆ ਬਾਹਰ ਆਫਟਰਵਰਡਸ ਇਫੈਕਟਸ ਆ, ਉਹ ਬਹੁਤ ਬੜੇ ਸੀਰੀਅਸ ਹੈਗੇ ਆ। ਇਕਨੋਮਿਕ ਦਾ ਪਹਿਲਾਂ ਗੱਲ ਆ, ਹਰ ਕੰਟਰੀ ਬੇਨਸਕ ਇੱਕ ਦੂਸਰੇ ਕੰਟਰੀ ਦੇ ਡਿਪੈਂਡ ਆਨ ਕਰਦੀ ਆ। ਬਿਲਕੁਲ, ਬਿਲੀਅਨਸ ਪਾਉਂਡ ਦਾ ਟ੍ਰੇਡ ਜਿਹੜਾ ਹੈਗਾ ਰਸ਼ੀਆ ਬਾਹਰਲੇ ਮੁਲਕਾਂ ਨਾਲ ਕਰਦਾ। ਬਹੁਤ ਸਾਰੀਆਂ ਐਸੀਆਂ ਐਸੈਂਸ਼ੀਅਲ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਯੂਰਪ ਨੂੰ ਭੇਜਦਾ, ਯੂਰਪ ਨੂੰ ਉੱਥੇ ਜਾਂਦੀਆਂ। ਇਹ ਨਾ ਸਮਝੋ ਕਿ ਤੁਸੀਂ ਮਤਲਬ ਜਿਹਨਾਂ ਸੈਂਕਸ਼ਨ ਲਾਤੀਆਂ ਤਾਂ ਤੁਹਾਡੇ ਕੋਈ ਅਸਰ ਨਹੀਂ ਪੈਣਾ। ਵੀ ਆਲ ਗੋਇੰ ਟੂ ਬੀ ਅਫੈਕਟਡ ਬੈਡਲੀ। ਮੈਂ ਇਹੀ ਕਹਿੰਦਾ ਬੈਂਸ ਸਾਹਿਬ, ਥੈਂਕ ਯੂ। ਲੋਕੀ ਨਕਮੀਆਂ ਕਿਸਮ ਦੀਆਂ ਗੱਲਾਂ ਕਰਦੇ ਆ, ਨਕਮੀਆਂ ਬਿਨੀਆਂ ਅਫਵਾਹਾਂ ਕਰਦੇ ਆ, ਉਹ ਆਪਣੀ ਅਕਲ ਤੋਂ ਕੰਮ ਲੈਣ। ਇਹ ਬੱਚਿਆਂ ਦੀਆਂ ਗੱਲਾਂ ਨਹੀਂ ਹੈਗੀਆਂ ਵੀ ਉੱਥੇ ਨਾ ਜਿਹਨਾਂ ਉੱਥੇ ਡਾਂਗ ਲੈ ਕੇ ਚੱਲ ਜਾਓ ਤਾਂ ਤੁਹਾਡੀ ਡਾਂਗ ਉੱਥੇ ਕਰੇਗੀ। ਇਹ ਪੁਰਾਣੀਆਂ ਗੱਲਾਂ ਆਪਣੇ ਦਿਮਾਗ ਚੋਂ ਕੱਢ ਦਿਓ। ਜਮਾਨਾ ਬਹੁਤ ਦੂਰ ਜਾ ਚੁੱਕਾ। ਥੈਂਕ ਯੂ ਜੀ। ਬੈਂਸ ਸਾਹਿਬ, ਜਿਹੜੀ ਉਹਨਾਂ ਦੀ ਅੱਜ ਗਨ ਚੱਲਦੀ ਆ ਨਾ, ਉਹ ਗਨ ਆਦਮੀ ਦੇਖ ਕੇ ਡਰ ਜਾਂਦਾ, ਉਹਦੇ ਤੋਂ ਗੱਲ ਛੱਡ ਜਾਓ ਜੀ। ਉਹ ਬੈਂਸ ਸਾਹਿਬ ਬਹੁਤ ਮਿਹਰਬਾਨੀ। ਬਿਲकुल, थैंक यू जी सुमन जी। देखो प्यारे दर्शकों, गल ये हैगी आ कि एक यूक्रेन बेशक छोटा जिहा हैगा, एक सॉवरन कंट्री आ।
ਸੋਵਰਨ ਕੰਟਰੀ ਦੀ ਆਪਣੀ ਹਰ ਇੱਕ ਸੋਵਰਨਟੀ ਦੀ ਆਪਣੀ ਆਜ਼ਾਦੀ ਹੁੰਦੀ ਆ। ਬਿਲਕੁਲ। ਆਪਣੀ ਗੌਰਮੈਂਟ ਕਿੱਦਾਂ ਚਲਾਉਣੀ, ਕਿਹਦੇ ਨਾਲ ਗੱਲਬਾਤ ਕਰਨੀ, ਔਰ ਕਿਸ ਤਰ੍ਹਾਂ ਅੰਦਰੂਨੀ ਮਸਲੇ ਜਾਂ ਇੰਟਰਨੈਸ਼ਨਲ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਨਾ। ਜੀ ਪਿਛਲੀ ਮੀਟਿੰਗ ਦੇ ਵਿੱਚ ਵੀ ਹੋਇਆ, ਇਸ ਮੀਟਿੰਗ ਦੇ ਵਿੱਚ ਵੀ ਹੋਇਆ ਕਿ ਉਹਨਾਂ ਦੀਆਂ ਸ਼ਰਤਾਂ ਕੀ ਆ। ਉਹ ਇਹ ਆ ਕਿ ਜਿਹੜਾ ਪ੍ਰਧਾਨ ਮੰਤਰੀ ਆ ਜ਼ੇਲੈਂਸਕੀ ਉਹਨੂੰ ਉਠਾਇਆ ਜਾਵੇ ਜੀ, ਔਰ ਮੈਂ ਕਾਲਰ ਦੀ ਕਾਲ ਬਾਅਦ 'ਚ ਲਵਾਂਗਾ ਮਾੜਾ ਜਿਹਾ ਦੱਸ ਕੇ, ਔਰ ਜ਼ੇਲੈਂਸਕੀ ਨੂੰ ਉਠਾਇਆ ਜਾਵੇ। ਉਹਦੀ ਥਾਂ ਉਹ ਆਪਣਾ ਇੱਕ ਪਪਟ ਬਿਠਾਉਣਾ ਚਾਹੁੰਦੇ ਆ ਜੀ। ਔਰ ਦੂਸਰਾ ਇਹ ਆ ਕਿ ਉਹ ਕਹਿੰਦੇ ਕਿ ਇਹ ਨੈਟੋ ਦਾ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜਿਹਦੇ ਵਿੱਚ 34-35 ਮੁਲਕਾਂ ਦੀ ਉੱਥੇ ਫੌਜ ਬੈਠੀ ਆ ਕੁੰਜੇ 'ਤੇ, ਵੀ ਉਹਦਾ ਇਹ ਮੈਂਬਰ ਨਾ ਬਣੇ ਜੀ, ਔਰ ਨਾ ਹੀ ਯੂਰਪੀਅਨ ਯੂਨੀਅਨ ਦਾ ਮੈਂਬਰ ਬਣੇ ਹੈ ਜੀ। ਇਹੋ ਔਰ ਫਿਰ ਇਹ ਆ ਕਿ ਉਹਦੀ ਕੋਈ ਆਰਮੀ ਨਾ ਹੋਵੇ ਹੈ ਜੀ। ਇਹ ਜਿਹੜੀਆਂ ਸ਼ਰਤਾਂ ਜਿੰਨੀਆਂ ਵੀ ਆ ਇਹ ਬਾਹਰੋਂ ਡਿਕਟੇਟਰ ਦੀ ਤਰ੍ਹਾਂ ਉਹ ਡਿਕਟੇਟ ਕਰ ਰਹੇ ਆ ਹੈ ਜੀ। ਜਿਸ ਤਰ੍ਹਾਂ ਇੰਡੀਆ ਜਾਂ ਪਾਕਿਸਤਾਨ ਗੁਲਾਮ ਸੀਗਾ ਅੰਗਰੇਜ਼ਾਂ ਦਾ, ਤਾਂ ਉਹਨਾਂ ਦੀ ਪਾਲਿਸੀ ਜੋ ਕੁਝ ਵੀ ਬਣਦਾ ਕਾਨੂੰਨ ਬਣਦਾ ਇੱਥੇ ਲੰਡਨ ਦੇ ਵਿੱਚ, ਉਹ ਮਾਸਕੋ ਤੋਂ ਕਾਨੂੰਨ ਬਣਾ ਕੇ ਉਹਨਾਂ ਨੂੰ ਦੱਸ ਰਿਹਾ। ਕਾਨੂੰਨ ਵੀ ਕਿੱਥੇ ਡਿਕਟੇਟ ਕਰ ਰਿਹਾ ਇੱਕ ਬੰਦਾ। ਹਾਂ, ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਜੈ ਭਾਰਤ ਜੀ। ਤੁਹਾਡਾ ਸਵਾਗਤ ਹੈ ਪ੍ਰੇਮਾਨ ਜੀ। ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਹ ਰਸ਼ੀਆ ਦਾ ਜਿਹੜੇ ਯੂਕਰੇਨ ਦੀ ਲੜਾਈ ਹੈ ਨਾ, ਇਸ ਇਕੱਲੇ ਯੂਕਰੇਨ ਔਰ ਸਾਰੀ ਜੇ ਰਸ਼ੀਆ ਲਈ ਨਹੀਂ ਖਤਰਨਾਕ ਹੈ, ਸਾਰੀ ਦੁਨੀਆ ਲਈ ਖਤਰਨਾਕ ਹੈ। ਬਿਲਕੁਲ। ਕਿਉਂਕਿ ਇਹ ਜਿਹੜੀ ਜਿੱਦਾਂ ਤੁਸੀਂ ਦੱਸਿਆ ਨਾ ਕਿ ਰਸ਼ੀਆ ਇੱਕ ਪਾਸੇ ਤਾਂ ਕਹਿ ਰਿਹਾ ਕਿ ਜਿਹੜੇ ਯੂਕਰੇਨ ਦੇ ਲੋਕ ਆ ਉਹ ਅਸੀਂ ਇੱਕੋ ਹੀ ਆ, ਔਰ ਦੂਜੇ ਉਹਨਾਂ ਦੇ ਜਾਨਲੇਵਾ ਹਮਲਾ ਕਰ ਰਿਹਾ, ਉਹਨਾਂ ਦੇ ਬੱਚਿਆਂ ਨੂੰ ਘਰੋਂ ਬਾਹਰ ਕੱਢ ਰਿਹਾ। ਬਿਲਕੁਲ। ਫਿਰ ਤੁਸੀਂ ਇਹ ਦੱਸੋ ਵੀ ਕਿੱਦਾਂ ਕਹਿ ਸਕਦੇ ਪਏ ਯੂਕਰੇਨ ਤੇ ਰਸ਼ੀਆ ਅਸੀਂ ਇੱਕੋ ਹੀ ਬੰਦੇ ਹੈਗੇ ਆ, ਇੱਕੋ ਹੀ ਜੀਨੋਸਾਈਡ ਆ। ਤੇ ਇਹ ਜਿਹੜੀ ਚੀਜ਼ ਹੈਗੀ ਹੈ ਨਾ, ਕਿਉਂਕਿ ਉਹ ਰਸ਼ੀਆ ਨਹੀਂ ਚਾਹੁੰਦਾ ਹੈ ਕਿ ਉੱਥੇ ਇਹ ਯੂਨਾਈਟਿਡ ਨੇਸ਼ਨ ਦਾ ਮੈਂਬਰ ਬਣੇ, ਜਿੱਦਾਂ ਤੁਸੀਂ ਕਿਹਾ। ਕਿਉਂਕਿ ਅਗਰ ਯੂਨਾਈਟਿਡ ਨੇਸ਼ਨ ਦਾ ਮੈਂਬਰ ਬਣ ਗਿਆ, ਅਮਰੀਕਾ ਦੀਆਂ ਫੌਜਾਂ ਜਾਂ ਹੋਰ UNO ਦੀਆਂ ਫੌਜਾਂ ਉੱਥੇ ਆਲੇ ਦੁਆਲੇ ਬੈਠ ਜਾਣਗੀਆਂ। ਬਿਲਕੁਲ। ਇਸੇ ਚੀਜ਼ ਦਾ ਇਹਨੂੰ ਡਰ ਹੈਗਾ ਆ। ਤੇ ਦੂਸਰੀ ਗੱਲ ਆ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਲੋਕ ਜਿਹੜੇ ਮੁਲਕ ਦੀ ਹਮਾਇਤ ਕਰਦੇ ਆ ਨਾ, ਉਹਨਾਂ ਉੱਤੇ ਵੀ ਸੈਂਕਸ਼ਨ ਲਾ ਦੇਣੀਆਂ ਚਾਹੀਦੀਆਂ ਆ ਜੀ। ਕਿਉਂਕਿ ਤਾਂਹੀਓ ਇਹ ਜਿਹੜੇ ਮੁਲਕ ਹੈਗੇ ਆ, ਜਿਹੜੇ ਇਦਾਂ ਦੇ ਜਿਹੜੇ ਡਿਕਟੇਟਰ ਆ, ਉਹਨਾਂ ਦੀ ਜਿਹੜੀ ਹੈਲਪ ਕਰਦੇ ਆ, ਤਾਂਹੀਓ ਉਹਨਾਂ ਨੂੰ ਪਤਾ ਲੱਗੇ ਕਿ ਡਿਕਟੇਟਰਸ਼ਿਪ ਜਿਹੜੀ ਕੀ ਹੁੰਦੀ, ਉਹਦੇ ਤੇ ਬੈਨ ਅਗਰ ਲਾ ਦਿੱਤਾ ਜਾਵੇ ਤਾਂ ਸਾਰੇ ਮੁਲਕ ਸੁਧਰ ਸਕਦੇ ਆ। ਤੇ ਇਸੇ ਕਰਕੇ ਚਾਹੀਦਾ ਹੈਗਾ ਆ ਕਿ ਜਿਹੜੀ ਯੂਨਾਈਟਿਡ ਨੇਸ਼ਨ ਆ ਔਰ EU ਕਿ ਇਹ ਜੇ ਇਹਨਾਂ ਦੇ ਵਿੱਚ ਫੈਸਲੇ ਲੈਣੇ ਚਾਹੀਦੇ ਹੈਗੇ ਆ ਕਿ ਰਸ਼ੀਆ ਦਾ ਨਾ ਮਾਲ ਅੰਦਰ ਆਵੇ ਨਾ ਬਾਹਰ ਜਾਵੇ ਜੀ, ਔਰ ਜਿਹੜੀ ਇਹਨਾਂ ਦੀ 에ਅਰੋਸਪੇਸ ਆ ਉਹ ਸਾਰੀ ਖਤਮ ਕਰ ਦਿੱਤੀ ਜਾਵੇ। ਇਹਨਾਂ ਨੂੰ 2 ਹਫ਼ਤਿਆਂ ਦੇ ਅੰਦਰ ਇਹਨੂੰ ਪਤਾ ਲੱਗ ਜਾਣਾ ਹੈਗਾ ਆ, ਜਦੋਂ ਇਹਨਾਂ ਦੀ ਇਕਨੋਮੀ ਇੰਨੀ ਥੱਲੇ ਚਲੇ ਗਈ। ਮੈਂ ਇੰਨਾ ਹੀ ਕਹਿਣਾ ਚਾਹੁੰਦਾ ਜੀ। ਬਾਕੀ ਇਸ ਜਿਹੜੀ ਇਹ ਫਾਈਟ ਹੈਗੀ ਹੈ ਨਾ, ਇਹ ਨਿਊਕਲੀਅਰ ਫਾਈਟ ਜਿਹੜੀ ਸਾਰੀ ਦੁਨੀਆ ਇਹ ਜਿਹੜਾ ਪਲੈਨਟ ਹੈ ਤਬਾਹ ਕਰਨ ਤੇ ਉਹਨੇ ਤਾਂ ਜਿਹੜੇ ਨਿਊਕਲੀਅਰ ਬਟਨ ਹੈ ਉਹਨਾਂ ਨੂੰ ਅਲਰਟ ਵੀ ਕੀਤਾ ਆ ਕਿ ਪਤਾ ਨਹੀਂ ਕਿਹੜੇ ਵੇਲੇ ਇਹ ਇਦਾਂ ਦੇ ਪਾਗਲ ਜਿਹੜੇ ਉਹ ਬਟਨ ਦਬਾ ਦੇਣ। ਬਸ ਜਿੰਨਾ ਹੀ। ਜੈ ਭੀਮ, ਜੈ ਭਾਰਤ ਜੀ। ਥੈਂਕ ਯੂ ਜੀ। ਦੇਖੋ ਪਿਆਰੇ ਦਰਸ਼ਕੋ, ਗੱਲ ਇੱਦਾਂ ਹੈਗੀ ਆ ਕਿ UNO ਦੇ ਵਿੱਚ ਪਿਛਲੇ ਹਫ਼ਤੇ ਵੀ ਸਿਕਿਉਰਿਟੀ ਕੌਂਸਲ ਦੇ ਵਿੱਚ ਜਿਹੜੀ ਪ੍ਰੇਮ ਹੁਣੀ ਗੱਲ ਕੀਤੀ ਆ, ਭਾਈ ਜਿਹੜੇ ਹਮਾਇਤ ਕਰਦੇ ਆ, ਮੈਂ ਉਹਨਾਂ ਦੀ ਗੱਲ ਲੱਗਾ ਤੁਹਾਨੂੰ ਦੱਸਣ। UNO ਦੇ ਵਿੱਚ ਸਿਕਿਉਰਿਟੀ ਕੌਂਸਲ ਦੇ ਜਿਹੜੇ ਮੈਂਬਰ ਆ 15-16, ਉਹਨਾਂ ਦੇ ਵਿੱਚ VOTING ਹੋਈ, ਔਰ VOTING ਇਹ ਹੈ ਕਿ 11 ਇੱਕ ਪਾਸੇ ਸਨ ਤਾਂ 3-4 ਜਣੇ ਜਿਨ੍ਹਾਂ ਨੇ ਅਬਸਟੇਨ ਕੀਤਾ ਜੀ। 3 ਜਣੇ, ਇੱਕ ਕੁਵੈਤ ਸੀਗਾ ਔਰ ਇੱਕ ਇੰਡੀਆ ਔਰ ਇੱਕ ਚੀਨ ਜੀ। ਔਰ ਪੁਰਾਣੀ ਕਹਾਵਤ ਇਹ ਹੈਗੀ ਆ ਕਿ ਵਾਇਲੈਂਸ ਕ੍ਰੀਏਟ ਵਾਇਲੈਂਸ। ਜੇ ਵਾਇਲੈਂਸ ਦੀ ਅਪੋਜੀਸ਼ਨ ਨਾ ਕੀਤੀ ਜਾਵੇ, ਤੁਸੀਂ ਚੁੱਪ ਵੀ ਰਹੋ ਤਾਂ ਇਟ ਮੀਨਸ ਤੁਸੀਂ ਵਾਇਲੈਂਸ ਦੀ ਸਪੋਰਟ ਕਰਦੇ ਆ, ਤਕੜੇ ਦੇ ਨਾਲ। ਹਾਂ, ਤੁਸੀਂ ਉਹਦੀ ਸਪੋਰਟ ਕਰਦੇ ਆ। ਜੇ ਵਾਇਲੈਂਸ ਜਾਂ ਜਿੱਥੇ ਇਨਜਸਟਿਸ ਹੁੰਦਾ ਉੱਥੇ ਤੁਸੀਂ ਚੁੱਪ ਰਹੋ ਤਾਂ ਇਨਜਸਟਿਸ ਇਹਦਾ ਮਤਲਬ ਹੈ ਵੀ ਤੁਹਾਡੀ ਜ਼ੁਬਾਨ ਬੰਦ ਹੈ, ਇਹਦਾ ਮਤਲਬ ਤੁਸੀਂ ਸਪੋਰਟ ਕਰਦੇ ਆ। ਔਰ ਪਿਛਲੇ ਹਫ਼ਤੇ ਹੀ ਨਹੀਂ, ਕੱਲ੍ਹ ਇਹ ਆ ਕਿ UNO ਦੀ ਜਨਰਲ ਅਸੈਂਬਲੀ ਦੇ ਵਿੱਚ ਡਿਬੇਟ ਹੋਈ, ਜਿਹਦੇ ਕਿ 193 ਮੁਲਕ ਮੈਂਬਰ ਹੈ ਜੀ। 193 ਮੁਲਕਾਂ ਦੇ ਵਿੱਚੋਂ ਪਿਆਰੇ ਦਰਸ਼ਕੋ 34 ਮੁਲਕਾਂ ਨੇ ਅਬਸਟੇਨ ਕੀਤਾ।
ਅਬਸਟੇਨ ਕਰਨ ਦਾ ਮਤਲਬ ਉਹੋ ਹੀ ਹੋ ਗਿਆ। ਰਸ਼ੀਆ ਨੇ ਵੀ ਅਬਸਟੇਨ ਕੀਤਾ, ਚੀਨ ਨੇ ਵੀ ਅਬਸਟੇਨ ਕੀਤਾ, ਉਹਨਾਂ ਦੇ ਵਿੱਚ ਸਾਡਾ ਭਾਰਤ ਵਰਸ਼ ਵੀ ਆ ਜਾਂਦਾ ਜੀ, ਇਹਨਾਂ ਨੇ ਵੀ ਅਬਸਟੇਨ ਕੀਤਾ ਜੀ। ਔਰ ਬੜੀ ਇਹ ਆ ਕਿ ਸੋਚਣ ਵਿਚਾਰਨ ਵਾਲੀ ਔਰ ਬੜੀ ਸ਼ਰਮ ਵਾਲੀ ਗੱਲ ਹੈ। ਮੈਂ ਤਾਂ ਕਹੂੰਗਾ ਕਿ ਲਾਗੇ ਲਾਗੇ 2-3 ਮੁਲਕ ਹੈਗੇ ਆ, ਨੇਪਾਲ, ਭੂਟਾਨ, ਮਾਲਦੀਵ, ਅਫਗਾਨਿਸਤਾਨ और 1-2 मुल्क छोटे जिहा होर हैगे आ। इन्हां मुल्कां ने उस रैजोल्यूशन दे उत्ते वोटिंग पाई आ। रैजोल्यूशन की सीगा कि रशियन आर्मी बिना ही शर्त ते यूक्रेन दे विचों इमीडिएटली बाहर हो जाए जी, क्योंकि वो सॉवरन कंट्री आ। किसी बाहरले दा जिहड़ा हमला हैगा वो इंटरनैशनल जिहड़ा लॉ हैगा उहदे खिलाफ हैगा है जी। और इंडिया जिहड़ा इंटरनैशनल लॉ नूं नहीं मानदा, जे मनदा ਤਾਂ ਉਹ ਉੱਥੇ ਵੋਟ ਪਾ ਕੇ ਉਹਨਾਂ ਨੂੰ ਆਪਣਾ ਸ਼ੋਅ ਕਰਨਾ ਚਾਹੀਦਾ ਸੀਗਾ ਕਿ ਹਾਂ ਅਸੀਂ ਇਸ ਗੱਲ ਦੇ ਵਿੱਚ ਹੱਕ 'ਚ ਹਾਂ ਕਿ ਜਿਹੜਾ ਰਸ਼ੀਆ ਹੈਗਾ ਉਹ ਇਮੀਡੀਏਟਲੀ ਯੂਕਰੇਨ ਨੂੰ ਛੱਡ ਕੇ ਬਾਹਰ ਹੋ ਜਾਏ। ਹਾਂਜੀ ਦਵਿੰਦਰ ਜੀ ਤੁਸੀਂ ਕਹਿਣਾ। ਹਾਂ ਦੇਖੋ ਇਹ ਜਿਹੜੀ ਹੁਣ ਲੜਾਈ ਜਦੋਂ ਆਪਣੇ ਕੋਲਜ ਨੇ ਵੀ ਗੱਲ ਕੀਤੀ ਹੈਗੀ ਆ ਕਿ ਲੜਾਈ ਹੁਣ ਬਾਰਡਰ ਦੀ ਲੜਾਈ ਨਹੀਂ ਹੈਗੀ ਜੀ, ਨਹੀਂ ਇੱਦਾਂ ਨਹੀਂ ਹੈਗਾ ਵੀ ਘੋੜਿਆਂ 'ਤੇ ਚੜ੍ਹ ਕੇ, ਹਾਥੀਆਂ 'ਤੇ ਚੜ੍ਹ ਕੇ ਜਾਂ ਤਲਵਾਰਾਂ ਦੇ ਨਾਲ, ਭਾਲਿਆਂ ਦੇ ਨਾਲ ਲੜਾਈ ਕਰਨ ਵਾਲੀ ਗੱਲ ਹੈਗੀ ਨਹੀਂ। ਜਦੋਂ ਆਪਾਂ ਕਹਿੰਦੇ ਕਿ ਇਹਨਾਂ ਨੇ ਹੁਣ ਆਰਮੀ ਨਹੀਂ ਭੇਜੀ ਹੈਗੀ, ਨੈਟੋ ਵਾਲਿਆਂ ਨੇ ਹਾਲੇ ਵੀ ਚੰਗੀ ਗੱਲ ਕੀਤੀ ਆ, ਵਿਚ ਇਜ਼ ਗੁੱਡ ਐਜ਼ ਵੈਲ, ਪਰ ਆਰਮੀ ਜੋ ਹਥਿਆਰ ਤਾਂ ਭੇਜਦੇ ਆ ਨਾ ਬਹੁਤ। ਅੱਜ ਕੱਲ੍ਹ ਹਥਿਆਰ ਇਸ ਤਰੀਕੇ ਦੇ ਬਣੇ ਆ ਕਿ ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਪੈਂਦੀ। ਆਰਮੀ ਦੀ ਉਹ ਲੋੜ ਪੈਂਦੀ ਜਦੋਂ ਉੱਥੇ ਜਾ ਕੇ ਕਬਜ਼ਾ ਕਰਨਾ ਹੁੰਦਾ, ਮਤਲਬ ਤਬਾਹੀ ਮਚਾਉਣ ਵਾਸਤੇ ਤੁਹਾਨੂੰ ਉੱਥੇ ਆਰਮੀ ਦੀ ਲੋੜ ਨਹੀਂ ਪੈਂਦੀ। ਅਸੀਂ ਹਾਲੇ ਤੱਕ ਆਪਾਂ ਨੂੰ ਪਤਾ ਕਿ ਜਿਹੜੇ ਹੁਣ ਆਈਟਮੀ ਹਥਿਆਰ ਹੈਗੇ ਆ ਕਿੰਨੇ ਜ਼ਿਆਦਾ ਬਣੇ ਹੈਗੇ ਆ, ਆਪਾਂ ਨੂੰ ਨਾਗਾਸਾਕੀ, ਹੀਰੋਸ਼ੀਮਾ ਦੀਆਂ ਹਾਲੇ ਤੱਕ ਵੀ ਮਤਲਬ ਯਾਦਾਂ ਉੱਥੇ ਹੈਗੀਆਂ, ਹਾਲੇ ਤੱਕ ਵੀ ਉੱਥੇ ਉਹਦਾ ਅਸਰ ਹੈਗਾ। ਔਰ ਉਹ ਟਾਈਨੀ ਅੱਜ ਕੱਲ੍ਹ ਦੇ ਮੁਕਾਬਲੇ ਤੇ ਛੋਟੇ ਜਿਹੇ ਬੰਬ ਸੀਗੇ ਜੀ ਜੀ, ਔਰ ਹੁਣ ਤਾਂ ਇਹੋ ਜਿਹੇ ਬੰਬ ਬਣੇ ਹੈਗੇ ਆ ਕਿ ਜਿਹੜਾ ਇੱਕ ਧਰਤੀ ਨੂੰ, ਪੂਰੀ ਧਰਤੀ ਨੂੰ ਕਈ ਵਾਰੀ ਉਬਾਲ ਸਕਦੇ ਆ, ਕਈ ਵਾਰੀ ਡਿਸਟਰੋਏ ਕਰ ਸਕਦੇ, ਇੰਨੇ ਜ਼ਿਆਦਾ ਬੰਬ ਬਣੇ ਹੈਗੇ ਆ। ਸੋ ਇਹ ਜਿਹੜੇ ਅੱਗੇ ਆਪਾਂ ਕਈ ਵਾਰੀ ਸੋਚਦੇ, ਮਤਲਬ ਇਹ ਗੱਲ ਸੀਗੀ ਕਿ ਅਮਰੀਕਾ ਜਿਹੜਾ ਬਹੁਤ ਦੂਰ ਬੈਠਾ ਜੀ, ਉਹਦੀ ਧਰਤੀ 'ਤੇ ਕੋਈ ਅਟੈਕ ਨਹੀਂ ਕਰ ਸਕਦਾ, ਇਸ ਕਰਕੇ ਉਹ ਜਿੱਦਾਂ ਮਰਜ਼ੀ ਪਾਲਿਸੀਆਂ ਆਪਣੇ ਤਰੀਕੇ ਨਾਲ ਘੜਦਾ ਹੈਗਾ ਅਤੇ ਔਰ ਦੂਸਰੇ ਮੁਲਕਾਂ ਦੇ ਵਿੱਚ ਉਹ ਲੜਾਈ ਕਰਵਾਉਣ ਵਾਸਤੇ ਉਹ ਐਕਟਿਵ ਰਹਿੰਦਾ ਹੈਗਾ, ਕਰਾਉਂਦਾ ਰਹਿੰਦਾ। ਪਰ ਹੁਣ ਦੇ ਜਿਹੜੇ ਹਾਲਾਤ ਹੈਗੇ, ਜੇ ਹੁਣ ਇਹ ਗੱਲ ਹੁੰਦੀ ਹੈ ਕਿ ਹੁਣ ਤਾਂ ਰਸ਼ੀਆ, ਚਾਈਨਾ ਆਪਣੇ ਘਰ ਬੈਠੇ ਉੱਥੇ ਤੱਕ ਬੰਬ ਮਾਰ ਸਕਦੇ ਆ, ਸਿੱਟ ਸਕਦੇ ਆ, ਔਰ ਉੱਥੋਂ ਉਹ ਸਿੱਧੇ ਰਸ਼ੀਆ ਤੱਕ ਸਿੱਟ ਸਕਦੇ ਹੈਗੇ ਆ। ਸੋ ਇਸ ਤਰੀਕੇ ਨਾਲ ਮਤਲਬ ਜਿਹੜੀ ਲੜਾਈ ਹੈ ਨਾ ਬਹੁਤ ਇਹ ਭਿਆਨਕ ਹੋ ਸਕਦੀ ਆ ਵਰਲਡ ਵਾਰ। ਜਦੋਂ ਹੁਣ ਗਰੁੱਪਬੰਦੀ ਹੁੰਦੀ ਆ, ਤੁਸੀਂ ਕਹਿੰਦੇ ਕਿ ਇੰਡੀਆ ਨੇ ਰਸ਼ੀਆ ਦਾ ਵਿਰੋਧ ਨਹੀਂ ਕੀਤਾ, ਉਹਦੇ ਨਾਲ ਜੁੜਿਆ, ਮਤਲਬ ਹੋ ਰਿਹਾ ਹੁਣ 2 ਗਰੁੱਪਾਂ ਦੇ ਵਿੱਚ ਸਾਰਾ ਵਰਲਡ ਹੋ ਹੀ ਜਾਂਦਾ ਹੈਗਾ, ਵਰਲਡ ਇੱਦਾਂ ਹੀ ਆ। ਔਰ ਜਦੋਂ 2 ਗਰੁੱਪਾਂ 'ਚ ਹੁੰਦਾ ਇਹਦਾ ਮਤਲਬ ਤੁਹਾਡੇ ਦੋਸਤ ਕੌਣ ਤਾਂ ਦੁਸ਼ਮਣ ਕੌਣ ਹੈਗੇ ਆ, ਇਹ ਫਿਰ ਸਾਹਮਣੇ ਆਉਣ ਲੱਗ ਪੈਂਦਾ, ਮਤਲਬ ਗਰੁੱਪਬਾਜ਼ੀ ਹੋ ਜਾਂਦੀ ਹੈ। ਸੋ ਮਤਲਬ ਜਿਹੜੇ ਕਿ ਹਾਲਾਤ ਬੜੇ ਭਿਆਨਕ ਇਸ ਤਰੀਕੇ ਨਾਲ ਉਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕੁਛ ਵੀ ਹੋ ਸਕਦਾ। ਬਿਲਕੁਲ ਬਿਲकुल। ਹਾਂਜੀ ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ, ਜੈ ਭੀਮ ਜੀ, ਜੈ ਗੁਰਦੇਵ, ਮੈਂ ਜੱਸਲ ਬੋਲਦਾ ਗਲਾਸਕੋਟ। ਹਾਂਜੀ ਜੱਸਲ ਸਾਹਿਬ, ਤੁਹਾਡਾ ਸਵਾਗਤ ਹੈ ਕਾਂਛੀ ਟੀਵੀ ਤੇ। ਮੈਂ ਕੁਛ ਆਪਣਾ ਓਪੀਨੀਅਨ ਦੇਣਾ ਚਾਹੁੰਦਾ। ਗੱਲਾਂ ਵਿੱਚ ਜਿੰਨੀਆਂ ਕੀਤੀਆਂ ਉਹਦੇ ਵਿੱਚ ਬਹੁਤ ਕਨਫਿਊਜ਼ਨ ਆ ਜਿਹੜੀਆਂ ਦੱਸ ਰਹੇ ਆ। ਜੀ ਜੀ, ਗੱਲ ਇਹ ਆ ਕਿ ਯੂਕਰੇਨ ਨੂੰ ਦਰਅਸਲ ਇੱਕ ਕੰਟਰੀ ਨੇ ਸ਼ਹਿ ਦਿੱਤੀ ਕਿਉਂਕਿ ਉਹ ਨੇਟੋ ਦਾ ਮੈਂਬਰ ਬਣਨਾ ਚਾਹੁੰਦਾ ਜੀ। ਅੱਗੇ ਵੀ ਗੱਲ ਸ਼ੁਰੂ ਹੋਈ ਸੀ 2013-14 ਦੇ ਵਿੱਚ, ਰਸ਼ੀਆ ਨੇ ਕਿਹਾ ਸੀਗਾ ਵੀ ਨੇਟੋ ਦਾ ਮੈਂਬਰ ਨਹੀਂ ਬਣ ਦੇਣਾ ਤੈਨੂੰ ਜੀ। ਨੇਟੋ ਹੈਗੀ ਆ ਨਾਰਦਰਨ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਬਿਲਕੁਲ ਬਿਲਕੁਲ, ਇਹ ਯੂਐਨਓ ਨਹੀਂ ਹੈਗੀ ਆ, ਇਹ ਨੇਟੋ ਇਹਨਾਂ ਦੀ ਯੂਰਪੀਅਨ ਕੰਟਰੀਆਂ ਨੇ ਬਣਾਈ ਆ ਜੀ, ਅਮਰੀਕਾ ਹੈਡ ਵਾ। ਹਾਂਜੀ ਅੱਛਾ, ਉਹ ਯੂਕਰੇਨ ਰਸ਼ੀਆ ਨਾਲ ਲੱਗਦਾ ਹਾਂਜੀ, ਅਗਰ ਉਹ ਨੇਟੋ ਦਾ ਮੈਂਬਰ ਬਣ ਜਾਏ ਜੀ ਤੇ ਅਮਰੀਕਾ ਵੀ ਉੱਥੇ ਆਪਣਾ ਅੱਡਾ ਜਮਾ ਸਕਦਾ। ਜਿਹੜੇ ਯੂਰਪੀਅਨ ਕੰਟਰੀ ਆ ਜਿੰਨੇ ਵੀ ਹੈਗੇ ਨੇਟੋ ਦੇ ਮੈਂਬਰ ਜੀ ਉੱਥੇ ਅੱਡਾ ਲਾ ਸਕਦੇ ਆ। ਉਹਦੇ ਮੁੰਡ ਫੇ ਉਹ ਬਰਦਾਸ਼ਤ ਨਹੀਂ ਕਰ ਸਕਦਾ ਸੀ, ਉਹਨੂੰ ਪਤਾ ਹੈ ਜੀ। ਅੱਛਾ, ਦੂਜੀ ਗੱਲ ਹੈਗੀ ਆ ਇਹ ਕਿ ਮੈਂ ਜਿਹੜੀ ਦੱਸਣ ਲੱਗਾ ਸੀ ਉਹਨੂੰ ਸ਼ਹਿ ਦੇ ਕੇ ਉਕਸਾਇਆ ਵੀ ਤੈਨੂੰ ਨੈਟੋ ਦਾ ਮੈਂਬਰ ਬਣਾਵਾਂਗੇ ਜੀ।
ਜੇ ਉਹ ਨੇਟੋ ਦਾ ਮੈਂਬਰ ਬਣਾ ਲੈਣ ਫਿਰ ਉਹਨੂੰ ਤਕਲੀਫ ਹੁੰਦੀ ਆ ਜੀ। ਪਰ ਹੁਣ ਇਹਨਾਂ ਨੇ ਅਨਾਉਂਸ ਇੱਕਦਮ ਕਰ ਦਿੱਤਾ ਵੀ ਅਸੀਂ ਫੌਜਾਂ ਨਹੀਂ ਨਾਲ ਲਾਉਣੀਆਂ, ਉੱਦਾਂ ਤੇਰੀ ਮਦਦ ਕਰਾਂਗੇ। ਉਹਨੂੰ ਇਹ ਕਿਹਾ ਗਿਆ ਸੀਗਾ ਜੀ। ਉਹਨੇ ਸ਼ਹਿ ਤੇ ਉਹ ਅੜ ਗਿਆ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਾਫੀ ਪਾਵਰਫੁਲ ਆ। ਉਹਨੇ 211 ਟੈਂਕ ਇਹਦੇ ਉਡਾਏ ਆ ਰਸ਼ੀਆ ਦੇ ਜੀ। ਹੁਣ ਉਹ ਕੱਲਾ ਲੱਗਾ, ਉਹ ਬਾਜਾਂ ਮਾਰਦਾ ਵੀ ਮੇਰੀ ਹੈਲਪ ਕਰੋ। ਅਗਰ ਇਹ ਹੈਲਪ ਕਰ ਦੇਣ ਜੀ ਕੰਨ, ਉਹ ਇਲੀਗਲ ਆ ਜੀ। ਇਹ ਤਾਂ ਕਿਸੇ ਦੇ ਅਟੈਕ ਕਰ ਸਕਦੇ ਆ ਜਿਹੜਾ ਕਿ ਨੇਟੋ ਦੇ ਮੈਂਬਰ ਤੇ ਅਟੈਕ ਕਰੂਗਾ ਜੀ, ਫਿਰ ਇਹ ਅਟੈਕ ਕਰ ਸਕਦੇ, ਉਹਦਾ ਕਦੀ ਨਹੀਂ ਕਰ ਸਕਦੇ, ਉਹ ਇਲੀਗਲ ਆ ਜੀ ਜੀ। ਹੁਣ ਉਹਦਾ ਹੀ ਕੰਟਰੀ ਆ, ਉਹਨੇ ਜੋ ਸੋਵੀਅਤ ਯੂਨੀਅਨ ਚੋਂ ਟੁੱਟੇ ਆ ਉਹ ਜੀ, ਉਹਨਾਂ ਤੇ ਪ੍ਰਭਾਵ ਆ ਉਹਦਾ। ਹਾਂਜੀ ਹਾਂਜੀ। ਇਸ ਕਰਕੇ ਇਹ ਨਾਲ ਇਨਵੋਲਵਮੈਂਟ ਫੌਜ ਨਾਲ ਨਹੀਂ ਹੋ ਸਕਦੇ ਕਦੀ ਵੀ ਜੀ। ਦੂਸਰੀ ਗੱਲ ਮੈਂ ਦੱਸਣੀ ਚਾਹੁੰਦਾ ਕਿ ਨਿਊਕਲੀਅਰ ਬੰਬ ਜਿਹੜਾ ਹੁਣ ਕਿਹਾ ਉਹ ਡਰਾਉਂਦਾ ਆ, ਉਹ ਕਦੀ ਨਹੀਂ ਉਹ ਯੂਜ਼ ਕਰੂਗਾ, ਕਦੀ ਯੂਜ਼ ਨਹੀਂ ਉਹ ਕਰੂਗਾ। ਇਹ ਹੈ ਵੀ ਉਹਨੂੰ ਕੰਟਰੋਲ ਉਹ ਕਰਨਾ ਚਾਹੁੰਦਾ ਤੇ ਨਹੀਂ ਵੀ। ਇੱਕ ਬੰਦਾ ਤਿਆਰ ਕੀਤਾ ਉਹਨੇ, ਇਹਨੂੰ ਇਹਦੀ ਜਗ੍ਹਾ ਤੇ ਉਸ ਬੰਦੇ ਨੂੰ ਇਹਨੂੰ ਲਿਆਉਣਾ ਜੀ, ਪਰ ਉਹ ਲਿਆਊਗਾ ਫਿਰ ਪ੍ਰੋਬਲਮ ਪੈਣੀ ਆ ਵੀ ਜਿਹੜਾ ਯੂਰਪ ਕੰਟਰੀਆਂ ਨੇ 100 ਮਿਲੀਅਨ ਪਾਉਂਡ ਤੋਂ ਵੀ ਉੱਪਰ ਇਕੱਠਾ ਕਰਕੇ ਉਹਨੂੰ ਰੀਬਿਲਡ ਕਰਨਾ, ਉਹ ਫਿਰ ਕਿਸੇ ਨੇ ਮਦਦ ਉਹਦੀ ਕਰਨੀ ਰੀਬਿਲਡ ਕਰਨੀ ਉਸ ਕੰਟਰੀ ਨੂੰ, ਜਿਹੜਾ ਇਹਨਾਂ ਤੋਂ ਨੁਕਸਾਨ ਹੋ ਗਿਆ। ਖੈਰ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਇੰਨਾ ਹੀ ਮੈਂ ਕਹਿਣਾ ਚਾਹੁੰਦਾ ਕਿ ਨੇਟੋ ਦੀ ਪ੍ਰੋਬਲਮ ਆ ਤੇ ਹੋਰ ਕੋਈ ਨਹੀਂ ਹੈਗੀ ਆ। ਐਨੀਵੇ ਥੈਂਕ ਯੂ ਵੈਰੀ ਮਚ ਟਾਈਮ ਦੇਣ ਦਾ। ਥੈਂਕ ਯੂ ਵੈਰੀ ਮਚ, ਵੈਰੀ ਨਾਈਸ ਕੰਟਰੀਬਿਊਸ਼ਨ। ਇਹ ਜਿਹੜੀ ਨਾ ਲੜਾਈ ਸਟਾਰਟ ਕਰਨੀ ਬਹੁਤ ਆਸਾਨ ਆ ਪਰ ਲੜਾਈ ਦਾ ਐਂਡ ਕਿੱਥੇ ਆਊਗਾ, ਫਿਊਚਰ ਵਿੱਚ ਕੀ ਆ, ਉਹ ਕੋਈ ਤੁਸੀਂ ਪ੍ਰੈਡਿਕਟ ਨਹੀਂ ਕਰ ਸਕਦੇ। ਬਿਲਕੁਲ ਇਹ ਆਪਾਂ ਨੂੰ ਲੱਗਦਾ ਕਿ ਰਸ਼ੀਆ ਬਹੁਤ ਤਾਕਤਵਰ ਹੈਗਾ, ਯੂਕਰੇਨ ਬੜਾ ਕਮਜ਼ੋਰ ਜਿਹਾ ਹੈਗਾ, ਜਾਂ ਦੂਜੇ ਪਾਸੇ ਅਮਰੀਕਾ ਬੜਾ ਤਾਕਤਵਰ ਹੈਗਾ ਆ, ਉਹ ਬਾਕੀ ਦੇਸ਼ ਜਿਹੜੇ ਛੋਟੇ ਛੋਟੇ ਕਮਜ਼ੋਰ ਜਿਹੇ ਹੈਗੇ। ਜੇ ਆਪਾਂ ਦੇਖੀਏ ਤੇ ਰਸ਼ੀਆ ਨੇ ਮਤਲਬ ਉਹ ਰਸ਼ੀਆ ਖੁਦ ਅਫਗਾਨਿਸਤਾਨ ਵਿੱਚ ਆਇਆ ਸੀ ਬਿਲਕੁਲ, ਔਰ ਉੱਥੇ ਜ਼ੋਰ ਲਾ ਲਿਆ, ਹਾਰ ਕੇ ਉਹਨੂੰ ਮਾਰ ਖਾ ਕੇ ਉਸ ਤੋਂ ਬਾਹਰ ਨਿਕਲਣਾ ਪਿਆ। 20 ਸਾਲ ਉੱਥੇ ਮਤਲਬ ਕੀਤਾ ਹੈਗਾ। ਔਰ ਫਿਰ ਉਸ ਤੋਂ ਬਾਅਦ ਅਮਰੀਕਾ ਨੇ ਵੀ ਉਹੀ ਹਥਿਆਰ ਅਪਣਾਏ, ਉਹ ਡਾਇਰੈਕਟ ਨਹੀਂ ਹੋਇਆ ਪਰ ਉਹ ਕੀਤਾ। ਉਹ ਫਿਰ ਵੀਅਤਨਾਮ ਦੇ ਵਿੱਚ ਮਤਲਬ ਇੱਕ ਤਰ੍ਹਾਂ ਦਾ ਉੱਥੋਂ ਬੜੀ ਨਮੋਸ਼ੀ ਦੇ ਨਾਲ ਉੱਥੋਂ ਮਤਲਬ ਨਿਕਲਣਾ ਪਿਆ। ਜੇ ਲੋਕ ਚਾਹਣ ਕਿ ਅਸੀਂ ਸਰੈਂਡਰ ਹੋਣਾ ਨਹੀਂ ਹੈ, ਲੜਾਈ ਸਟਰੀਟਾਂ ਵਿੱਚ ਲੜੀ ਜਾਊਗੀ, ਕੋਈ ਵੀ ਜਿਹੜਾ ਕਿੰਨਾ ਵੱਡਾ ਵੀ ਦੇਸ਼ ਹੋਵੇ, ਕਿੰਨਾ ਵੀ ਤਾਕਤਵਰ ਹੋਵੇ, ਉਹ ਲੋਕਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਦਬਾ ਨਹੀਂ ਸਕਦਾ, ਉਹਨਾਂ 'ਤੇ ਰਾਜ ਨਹੀਂ ਕਰ ਸਕਦਾ ਜੇ ਲੋਕੀ ਕਰ ਲੈਣ। ਔਰ ਯੂਕਰੇਨ ਦੇ ਵਿੱਚ ਇਹੋ ਜਿਹੇ ਹਾਲਾਤ ਹੋ ਰਹੇ ਆ। ਬਿਲਕੁਲ ਬਿਲਕੁਲ। ਉਹ ਇੱਕ ਸੀਗਾ ਕਿ ਔਰਤਾਂ ਆਪਣੇ ਬੱਚਿਆਂ ਨੂੰ ਬਾਰਡਰ 'ਤੇ ਛੱਡ ਕੇ ਦੂਸਰੇ ਮੁਲਕ ਦੇ ਬਾਰਡਰ ਦੇ ਉੱਤੇ, ਗਵਾਂਢੀ ਮੁਲਕਾਂ ਦੇ ਉੱਤੇ ਵਾਪਸ ਜਾ ਰਹੀਆਂ ਕਿ ਅਸੀਂ ਹਥਿਆਰ ਚੱਕ ਕੇ ਅਸੀਂ ਲੜਾਈ ਲੜਾਂਗੇ। 60,000 ਲੋਕ ਜਿਹੜੇ ਆ ਸਿਵਲੀਅਨ ਜੀ, ਉਹ ਜਾ ਕੇ ਪੈਰਾਮਿਲਟਰੀ ਦੇ ਵਿੱਚ ਜੁਆਇਨ ਹੋ ਗਏ ਇਸ ਵੇਲੇ ਤੱਕ। ਔਰ ਇਹ ਆ ਕਿ ਜੇਕਰ ਉਹਨਾਂ ਨੇ ਰਾਜਧਾਨੀ ਦੇ ਉੱਤੇ ਜਿਸ ਤਰ੍ਹਾਂ ਘੇਰਾ ਪਾਇਆ ਨਾ ਜੀ, ਕਹਿੰਦੇ ਕਿ 6 ਖਰੇ ਕਿੰਨੇ ਮੀਲ ਹੈਗਾ, ਟੈਂਕ ਜਿਹੜੇ ਹੈਗੇ ਆ ਹਾਂਜੀ ਉਹ ਆ ਰਹੇ ਆ। ਜੇ ਘੇਰਾ ਪਾ ਲੋਗੇ ਉਹਨਾਂ ਨੂੰ ਇਹ ਆ ਕਿ ਜਿਹੜੀ ਗੌਰਮੈਂਟ ਆ, ਹੋ ਸਕਦਾ ਉਹਨੂੰ ਵੀ ਦੌੜਨਾ ਪਵੇ ਜੀ, ਪਰ ਗੌਰਮੈਂਟ ਇਨ ਐਗਜ਼ਾਈਲ ਤਾਂ ਗੁਰੀਲਾ ਵਾਰ ਸ਼ੁਰੂ ਹੋ ਸਕਦੀ ਹੈ। ਇਹ ਹੈਗਾ ਹੈ ਜੀ ਜਿਹੜੀ ਤੁਸੀਂ ਗੱਲ ਕਰਦੇ ਆ। ਔਰ ਜੇ ਗੁਰੀਲਾ ਵਾਰ ਸ਼ੁਰੂ ਹੁੰਦੀ ਆ, ਕਦੋਂ ਐਂਡ ਹੋਊਗਾ, ਕੀ ਉਹਦਾ ਬਣੂਗਾ, ਬਿਲਕੁਲ ਬਿਲਕੁਲ। ਔਰ ਜਿੱਥੋਂ ਤੱਕ ਇਹ ਹੈਗਾ ਪਿਆਰੇ ਦਰਸ਼ਕੋ, ਨੈਟੋ ਦਾ ਸਵਾਲ ਹੈ ਜਿਹੜਾ ਮੇਹਰ ਚੰਦ ਜੱਸਲ ਨੂੰ ਨਹੀਂ ਗੱਲ ਕਰਕੇ ਗਏ ਆ। ਨੈਟੋ ਦੇ ਇਸ ਵੇਲੇ 30 ਮੈਂਬਰ ਜਿਹੜੇ ਆ ਉਹ ਨੈਟੋ ਦੇ ਮੈਂਬਰ ਆ ਇਸ ਵੇਲੇ, ਔਰ ਉਹਦੇ ਵਿੱਚ 3 ਮੁਲਕ ਲੈਟਵੀਆ, ਅਸਟੋਨੀਆ, ਲਿਥੂਨੀਆ, 3 ਮੁਲਕ ਜਿਹੜੇ ਆ ਰਸ਼ੀਆ ਤੋਂ ਉੱਪਰਲੇ ਪਾਸੇ ਨੂੰ ਜਾ ਕੇ ਉਹ ਰਸ਼ੀਆ 'ਚ ਉਹ ਵੀ ਨਿਕਲੇ ਹੋ ਆ, ਉਹ ਨੈਟੋ ਦੇ ਮੈਂਬਰ ਬਣ ਗਏ। ਕਿਉਂਕਿ ਰਸ਼ੀਆ ਦਾ ਇੱਕ ਪਾਸਾ ਜਿਹੜਾ ਉਹ ਜਰਮਨ ਨਾਲ ਦਾ ਪੋਲੈਂਡ ਤਾਂ ਲੱਗਦਾ ਸੀਗਾ, ਔਰ ਹੁਣ ਇਹ ਆ ਕਿ ਲੈਟਵੀਆ ਔਰ ਐਸਟੋਨੀਆ ਇਹ ਜਿਹੜੇ ਮੁਲਕ ਹੈਗੇ ਆ ਇਹ ਵੀ ਰਸ਼ੀਆ ਦੇ ਨਾਲ ਲੱਗਦੇ ਆ, ਰਸ਼ੀਆ 'ਚੋਂ ਨਿਕਲੇ ਆ ਜੀ। ਔਰ ਚੌਥਾ ਮੁਲਕ ਇਹ ਆ ਰਿਹਾ ਸੀ ਯੂਕਰੇਨ, ਔਰ ਯੂਕਰੇਨ ਵੀ ਜੇ ਨੈਟੋ ਦਾ ਮੈਂਬਰ ਬਣਦਾ ਤਾਂ ਰਸ਼ੀਆ ਦੇ 3 ਪਾਸੇ ਜਿਹੜੇ ਆ ਘੱਟੋ ਘੱਟ ਉਹ ਟੱਚ ਕਰਦੇ ਆ
ਜੀ ਹੈ ਜੀ। ਔਰ ਰਸ਼ੀਆ ਨੂੰ ਸਭ ਤੋਂ ਜ਼ਿਆਦਾ ਖਤਰਾ ਸੀ ਨੈਟੋ ਦੀਆਂ ਅਸਲੇ ਜਿਹੜੀਆਂ ਫੋਰਸਿਸ ਹੈਗੀਆਂ ਜਰਮਨ ਦੇ ਵਿੱਚ, ਫਰਾਂਸ ਦੇ ਵਿੱਚ ਔਰ ਪੋਲੈਂਡ ਦੇ ਵਿੱਚ, ਇਹ ਉੱਥੇ ਬੈਠੀਆਂ ਹੈਗੀਆਂ। ਔਰ ਜਿਹੜੇ ਨਿਊਕਲੀਅਰ ਵਾਰਹੈਡ ਹੈਗੇ ਆ ਉਹ ਰਸ਼ੀਆ ਵੱਲ ਨੂੰ ਇਹਨਾਂ ਨੇ ਕੀਤੇ ਹੋ ਇਟਸ ਆਲਰੇਡੀ ਦੇਅਰ। ਬਹੁਤ ਜ਼ਬਰਦਸਤ ਜਿਹੜੀਆਂ ਨੈਟੋ ਦੀਆਂ ਫੋਰਸਿਸ ਹੈਗੀਆਂ ਉਹ ਜਰਮਨ ਦੇ ਵਿੱਚ, ਫਰਾਂਸ ਦੇ ਵਿੱਚ, ਪੋਲੈਂਡ ਦੇ ਵਿੱਚ ਬੈਠੀਆਂ ਹੈਗੀਆਂ। ਔਰ ਉਹ ਜਿਹੜੀਆਂ ਫੋਰਸਿਸ ਹੈਗੀਆਂ ਜੇ ਯੂਕਰੇਨ ਮੈਂਬਰ ਬਣਦਾ ਤੇ ਉਹ ਜਰਮਨ ਤੋਂ ਜਾਂ ਪੋਲੈਂਡ ਤੋਂ ਉਠਾ ਕੇ ਉਹ ਯੂਕਰੇਨ ਦੇ ਥਰੂ ਗਾਹਾਂ ਉਹ ਰਸ਼ੀਆ ਦੇ ਬਾਰਡਰ ਦੇ ਉੱਤੇ ਜਾਣੀ ਆ। ਇਹ ਬਿਲਕੁਲ ਲੜਾਈ ਇਸ ਗੱਲ ਦੀ ਆ ਰਸ਼ੀਆ ਦੀ ਕਿ ਜਰਮਨ ਤੋਂ ਉੱਠ ਕੇ, ਪੋਲੈਂਡ ਤੋਂ ਉੱਠ ਕੇ ਮੇਰੇ ਇਸ ਬਾਰਡਰ 'ਤੇ ਨਾ ਆ ਜਾਣ, ਹੈ ਜੀ। ਸੋ ਆਹ ਬਿਲਕੁਲ ਲੜਾਈ ਆ ਕਿ ਕਦੀ ਵੀ ਲੜਾਈ ਹੋਈ ਰਸ਼ੀਆ ਬਿਲਕੁਲ ਉਹਨਾਂ ਦਾ ਟਾਰਗੇਟ ਹੋਏਗਾ। ਪਰ ਉਹਦੇ ਮੁਕਾਬਲੇ 'ਤੇ ਦੂਆ ਆਰਗੂਮੈਂਟ ਇਹ ਆ ਜਿਹੜਾ ਤੁਸੀਂ ਕਹਿੰਦੇ ਆ ਕਿ ਵਾਰਹੈਡ ਜਾਂ ਬੰਬ ਅੱਜ ਇਹੋ ਜਿਹਾ ਬਣਾਇਓ ਆ। ਅੱਜ ਦੱਸਦੇ ਇੱਕ ਹੋਰ ਟੈਲੀਵਿਜ਼ਨ ਕਿ ਇੱਕ ਜਿਹੜਾ ਹੈਗਾ ਕੀ ਕਹਿੰਦੇ ਉਹਨੂੰ ਵਾਰਹੈਡ ਹੈਗਾ, ਬੰਬ ਹੈਗਾ, ਨਿਊਕਲੀਅਰ ਵਾਰਹੈਡ ਹੈਗਾ, ਉਹ ਤਕਰੀਬਨ 6000 ਕਿਲੋਮੀਟਰ ਜਾਂ 6000 ਮੀਲ ਤੱਕ ਮਾਰ ਕਰ ਸਕਦਾ ਜੀ, ਹੈ ਜੀ। ਇਹ ਜ਼ਰੂਰੀ ਨਹੀਂ ਕਿ ਬਾਰਡਰ 'ਤੇ ਜਾ ਕੇ ਚਲਾਉਣਾ ਹੈਗਾ, ਇੱਥੋਂ ਰੱਖ ਕੇ ਵੀ ਅਮਰੀਕਾ 'ਤੇ ਚਲਾ ਸਕਦੇ ਆ, ਹੈ ਜੀ। ਇੱਥੋਂ ਰੱਖ ਕੇ ਵੀ ਚਾਈਨਾ 'ਤੇ ਜਾ ਸਕਦਾ। ਇਹੋ ਜਿਹੀ ਲੜਾਈ ਜਿਹੜੀ ਆ ਉਹ ਅੱਜ ਕੱਲ੍ਹ ਹੋ ਰਹੀ ਆ, ਜਿਹਨੂੰ ਕਿ ਆਪਾਂ ਲੜਾਈ ਹੈ ਨਾ ਟੈਲੀਵਿਜ਼ਨ ਦੇ ਉੱਤੇ ਇੱਕ ਦੇਖਦੇ ਹੁੰਦੇ ਉਹ ਟੈਂਪਰੇਰੀ ਨਿਆਣਿਆਂ ਨੂੰ, ਹੈ ਜੀ, ਖੁਸ਼ ਕਰਨ ਲਈ, ਹੈ ਜੀ, ਕਾਰਟੂਨ, ਹਾਂਜੀ ਕਾਰਟੂਨ ਟਾਈਪ। ਹਾਂ, ਉਹ ਜਿਹੜੀ ਕਾਰਟੂਨ ਟਾਈਪ ਹੈਗੀ ਆ ਉਹ ਬਿਲਕੁਲ ਰਿਐਲਿਟੀ ਹੋ ਰਹੀ ਆ ਕਿਉਂਕਿ ਸਾਰੇ ਇਹ ਆ ਕਿ ਬਿਗ ਪਾਵਰ ਜਿਹੜੀ ਆ ਉਹਨੇ ਪੈਸੇ ਆਪਣੇ ਲੋਕਾਂ ਦੇ ਖਾਣ ਪੀਣ ਜਾਂ ਉਹਨਾਂ ਦੇ ਜਿਹੜਾ ਵੈਲਫੇਅਰ 'ਤੇ ਨਹੀਂ ਖਰਚਦੇ ਜਿੰਨੇ ਉਹ ਹਥਿਆਰਾਂ 'ਤੇ ਖਰਚਦੇ ਆ, ਹੈ ਜੀ। ਸੋ ਇਸ ਕਰਕੇ ਜਿਹੜਾ ਖਤਰਾ ਹੈਗਾ ਉਹ ਬਹੁਤ ਜ਼ਬਰਦਸਤ ਆ। ਜਿਸ ਤਰ੍ਹਾਂ ਸਾਰੇ ਦਰਸ਼ਕਾਂ ਨੇ ਦੱਸਿਆ ਕਿ ਖਤਰਾ ਬਹੁਤ ਜ਼ਬਰਦਸਤ ਹੈਗਾ ਕਿ ਹੋ ਸਕਦਾ ਕਿ ਵਰਲਡ ਵਾਰ ਸ਼ੁਰੂ ਹੋ ਜਾਏ ਕਿਉਂਕਿ ਜਿਹੜੇ ਹੈਗੇ ਆ ਵੈਸਟਰਨ ਕੰਟਰੀਆਂ ਦੂਸਰੇ ਹੈਗੇ ਨੈਟੋ ਦੇ ਮੈਂਬਰਸ ਹੈਗੇ ਆ ਉਹ ਸਿੱਧੇ ਉਹਨਾਂ ਦੀ ਹੈਲਪ ਨਹੀਂ ਕਰਦੇ ਪਰ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ। 19 ਮੁਲਕਾਂ ਦੇ ਹਥਿਆਰ ਜਾਣੇ ਸ਼ੁਰੂ ਹੋ ਗਏ, 19 ਮੁਲਕਾਂ ਦੇ। ਇੱਥੋਂ ਤੱਕ ਕਿ ਆਸਟ੍ਰੇਲੀਆ ਤੱਕ ਨੇ ਵੀ ਕਿਹਾ ਕਿ ਅਸੀਂ ਹਥਿਆਰ ਦੇਵਾਂਗੇ, ਅਮਰੀਕਾ ਨੇ ਵੀ ਕਿਹਾ। ਔਰ ਉਹਨਾਂ ਨੇ ਇਹ ਆ ਕਿ ਪੈਸੇ ਵੀ USA ਨੇ 350 ਕਰੋੜ ਔਰ UN ਨੇ EU ਨੇ ਯੂਰਪੀਅਨ ਯੂਨੀਅਨ ਨੇ 450 ਕਰੋੜ, ਆਸਟ੍ਰੇਲੀਆ ਨੇ 100 ਕਰੋੜ ਮਤਲਬ ਨਾਲ ਹਥਿਆਰ ਜਿਹੜੇ ਦੇਣੇ ਸ਼ੁਰੂ ਕਰ ਦਿੱਤੇ। ਹਾਂਜੀ ਤੁਸੀਂ। ਅੱਛਾ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਵੀ ਇਹ ਤਾਂ ਜਦੋਂ ਵਰਲਡ ਵਾਰ ਲੱਗਦੀ ਆ ਨਾ ਸਾਰਾ ਵਰਲਡ ਦੋ ਸੇ ਹੋ ਜਾਂਦਾ, ਅੱਧੇ ਕੁ ਉੱਧਰਲੇ ਪਾਸੇ ਅੱਧੇ ਕੁ ਮੁਲਕ ਉੱਧਰਲੇ ਪਾਸੇ ਔਰ ਆਮਣੇ ਸਾਹਮਣੇ ਲੜਾਈ ਹੁੰਦੀ ਆ। ਔਰ ਇਹ ਜੇ ਇਦਾਂ ਦੀ ਸਿਚੁਏਸ਼ਨ ਆਉਂਦੀ ਆ, ਮੈਂ ਚਾਹੁੰਦਾ ਮਤਲਬ ਮੇਰੀ ਹੈਗਾ ਵੀ ਇਦਾਂ ਦੀ ਸਿਚੁਏਸ਼ਨ ਹੋਣੀ ਚਾਹੀਦੀ ਨਹੀਂ ਹੈ ਵਿਚ ਇਜ਼ ਵੈਰੀ ਬੈਡ, ਤੇ ਪਰ ਜੇ ਇਦਾਂ ਦੀ ਸਿਚੁਏਸ਼ਨ ਹੁੰਦੀ ਆ ਜੀ ਜੀ ਤੇ ਇੰਡੀਆ ਦਾ ਕੀ ਰੋਲ ਹੋਊਗਾ? ਕਿੱਧਰਲੇ ਪਾਸੇ ਲੱਗਦਾ? ਇੰਡੀਆ ਦਾ ਰੋਲ ਨਾ ਲੱਗੇ ਚਾਹੇ ਨਾ ਲੱਗੇ, ਇੰਡੀਆ ਦੀ ਇੰਟਰਨਲ ਪ੍ਰੋਬਲਮ ਸ਼ੁਰੂ ਹੋ ਜਾਣੀ। ਮੈਂ ਤੁਹਾਨੂੰ ਦੱਸ ਦਿੰਦਾ ਉਹ ਕਿਸ ਤਰ੍ਹਾਂ ਜੀ। ਕਦੀ ਵੀ ਕਿਤੇ ਵੀ ਲੜਾਈ ਲੱਗਦੀ ਪਿਆਰੇ ਦਰਸ਼ਕੋ ਉਹਦਾ ਅਸਰ ਹਰ ਇੱਕ ਦੁਨੀਆ ਦੇ ਜੀਅ ਦੇ ਉੱਤੇ ਪੈਂਦਾ। ਹੁਣੇ ਹੀ ਤੁਸੀਂ ਦੇਖ ਲਓ ਕਿ ਪੈਟਰੋਲ ਜਿਹੜਾ ਹੈਗਾ ਇਸ ਮੁਲਕ ਦੇ ਵਿੱਚ ਅੱਜ ਤੋਂ 6 ਮਹੀਨੇ ਪਹਿਲਾਂ ਉਹ 1 ਪਾਉਂਡ ਦਾ 99 ਪੈਂਸ ਦਾ ਵਿਕਦਾ ਸੀਗਾ। ਪੈਟਰੋਲ ਜਿਹੜਾ ਵਧਣਾ ਸ਼ੁਰੂ ਹੋਇਆ ਹੁਣ 1.5 ਪਾਉਂਡ ਤੋਂ ਉੱਤੇ ਹੋ ਗਿਆ ਜੀ। ਔਰ ਇੰਡੀਆ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਹੈਗਾ 100 ਤੋਂ ਉੱਤੇ ਜਿਹੜਾ ਲੀਟਰ ਵਿਕਦਾ, ਰੋਜ਼ ਰੌਲਾ ਪੈਂਦਾ। ਜਿਹੜੀ ਮਹਿੰਗਾਈ ਹੈਗੀ ਆ ਔਰ ਫਿਰ ਇਸ ਵੇਲੇ ਜਿਹੜੇ 에ਅਰ ਸਪੇਸ ਬੰਦ ਹੋਏ ਹੋ ਆ, ਹੈ ਜੀ। ਜਹਾਜ਼ ਜਿਹੜਾ ਹੈਗਾ ਇੱਕ ਜਾਂਦਾ ਸੀਗਾ ਅਮਰੀਕਾ ਨੂੰ, ਕੈਨੇਡਾ ਵਾਲਿਆਂ ਨੇ ਬੰਦ ਕਰ ਦਿੱਤਾ। ਉਹ 8000 ਮੀਲ ਦੂਜੇ ਪਾਸੇ ਦੀ ਹੋ ਕੇ ਗਿਆ। ਔਰ ਪੈਟਰੋਲ ਜਿਹੜਾ ਹੈਗਾ ਉਹ ਮਤਲਬ ਉਹਦੇ 'ਤੇ ਫੂਕ ਹੁੰਦਾ ਜੀ। ਔਰ ਮੇਰੇ ਕਹਿਣ ਤੋਂ ਭਾਵ ਇਹ ਹੈਗਾ ਕਿ ਜਦ ਵੀ ਲੜਾਈ ਲੱਗਦੀ ਹੈਗੀ ਆ ਮਹਿੰਗਾਈ ਹੁੰਦੀ ਆ ਔਰ ਮਹਿੰਗਾਈ ਜਿਹੜੀ ਆ ਸਭ ਤੋਂ ਜ਼ਿਆਦਾ ਪਹਿਲਾਂ ਪੈਟਰੋਲ ਦੇ ਨਾਲ ਜੀ ਜਿਹੜਾ ਫਿਊਲ ਹੈਗਾ ਉਹ ਮਹਿੰਗਾ ਹੋ ਜਾਂਦਾ। ਫਿਊਲ ਮਹਿੰਗਾ ਹੁੰਦਾ ਤਾਂ ਟਰੈਕਟਰ ਜਿਹੜੇ ਹੈਗੇ ਆ ਵਾਹੁਣੇ ਵਾਲੇ ਉਹਨਾਂ ਨੇ ਉਹ ਪੈਟਰੋਲ ਤਾਂ ਵਰਤਣਾ ਹੀ ਆ। ਜਿੰਨਾ ਖਰਚਾ ਜ਼ਮੀਨ 'ਤੇ ਆਏਗਾ ਉਨਾ ਹੀ ਉਹ ਖਰਚਾ ਜਿਹੜਾ ਉਹ ਮਤਲਬ ਮਹਿੰਗਾਈ ਦੇ ਵਿੱਚ ਆ ਜਾਏਗਾ, ਲੋਕਾਂ 'ਤੇ ਪੈਣਾ। ਔਰ ਇੰਡੀਆ ਨੂੰ ਜਿਹੜਾ ਪੈਟਰੋਲ ਮਿਲਦਾ ਹੈਗਾ ਉਹ ਸਾਊਦੀ ਅਰੇਬੀਆ ਤੋਂ ਜਾਂ ਹੋਰ ਮੁਲਕਾਂ ਤੋਂ ਮਿਲਦਾ। ਸਭ ਤੋਂ ਜ਼ਿਆਦਾ ਜਿਹੜਾ ਹੈਗਾ ਇਹਨਾਂ ਮੁਲਕਾਂ ਦੇ ਵਿੱਚ ਆਉਂਦਾ ਹੈਗਾ 55% ਜਿਹੜਾ ਹੈਗਾ ਉਹ ਰਸ਼ੀਆ ਤੋਂ ਆ ਰਹੀ ਹੈ ਐਨਰਜੀ।
ਗੈਸ ਹੋਇਆ, ਪੈਟਰੋਲ ਹੋਇਆ, ਬਿਜਲੀ ਹੋਈ। 86% ਫਿਊਲ ਜਿਹੜਾ ਹੈ ਨਾ ਇੰਡੀਆ ਬਾਹਰੋਂ ਲੈਂਦਾ। ਹਾਂ 86 ਹੈ ਜੀ। ਜਿਹੜੇ ਬਾਹਰੋਂ ਇਹ ਮਿਲਣਾ ਸ਼ੁਰੂ, ਪ੍ਰਾਈਸ ਅਪ ਗਈ, ਸਾਰਿਆਂ ਦੇ ਉੱਤੇ ਅਸਰ ਪੈਣਾ ਹੈਗਾ। ਔਰ ਤੁਸੀਂ ਇਹੋ ਗੱਲ ਲੈ ਲਓ ਕਿ ਆ ਕਰੋਨਾ ਵਾਇਰਸ ਹੈਗੀ 2 ਸਾਲ ਦੀ ਚੱਲਦੀ ਹੈਗੀ ਆ, ਉਹਦੇ ਨਾਲ ਮਹਿੰਗਾਈ ਵੀ ਤਾਂ ਹੋਈ ਆ, ਪਰ ਜਿਹੜੀ ਹਰ ਇੱਕ ਕੰਟਰੀ ਦੀ ਪ੍ਰੋਡਕਸ਼ਨ ਸੀ, DGP ਸੀਗੀ, ਉਹ ਸਾਰਿਆਂ ਦੀ ਥੱਲੇ ਡਾਊਨ ਹੋਈ ਆ ਜਿੰਨੀ ਵੀ ਸੀਗੀ। ਔਰ ਉਹਦੇ ਨਾਲ ਮਹਿੰਗਾਈ ਹੋਈ ਆ। ਜਿਹੜੀ ਖਾਣ ਵਾਲੀਆਂ ਚੀਜ਼ਾਂ ਉਹ ਪੈਦਾ ਨਹੀਂ ਹੋ ਸਕੀਆਂ, ਵਰਤਣ ਵਾਲੀਆਂ ਚੀਜ਼ਾਂ ਬਣਾ ਨਹੀਂ ਸਕੇ, ਔਰ ਮੁਲਕਾਂ ਦੀ ਡਿਵੈਲਪਮੈਂਟ ਜਿਹੜੀ ਆ ਉਹ ਬੈਕਵਰਡ ਚਲੇ ਗਈ ਆ। ਉਹ 2 ਸਾਲ ਦਾ ਜਿਹੜਾ ਅਸਰ ਸੀਗਾ ਨਾ, ਉਹ ਮੇਰਾ ਖਿਆਲ ਹੈ ਅਗਲੇ 10 ਸਾਲ ਲੱਗ ਜਾਣੇ ਆ ਘੱਟੋ ਘੱਟ ਉਹਨੂੰ ਰਿਕਵਰ ਕਰਨ ਲਈ। ਠੀਕ ਹੈ ਜੀ। ਹੁਣ ਤੁਸੀਂ ਆਪਣੇ ਗੱਲ ਕਰਦੇ ਕਿ ਜਿਹੜੀਆਂ ਵੋਟਾਂ ਪਾਈਆਂ ਹੈਗੀਆਂ, ਜਿਹੜੀ ਇੰਡੀਆ ਨੇ ਮਤਲਬ ਰਸ਼ੀਆ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ, ਰਸ਼ੀਆ ਔਰ ਚਾਈਨਾ ਜਿੱਧਰ ਸੀਗੇ ਉਸ ਪਾਸੇ ਵੋਟ ਪਾਈ ਹੈਗੀ ਆ। ਅਤੇ ਇਹਦਾ ਮਤਲਬ ਅਸੀਂ ਜਿਹੜੇ ਅਮਰੀਕਾ ਔਰ ਦੂਸਰੇ ਗਰੁੱਪ ਨੈਟੋ ਗਰੁੱਪ ਹੈਗੇ ਆ, ਉਹਨਾਂ ਦੇ ਨਾਲ ਜਿਹੜੇ ਸਾਡੇ ਤਾਲੁਕਾਤ ਥੋੜ੍ਹੇ ਰੁੱਖੇ ਹੋ ਗਏ। ਬਿਲਕੁਲ ਹੋਣੇ ਕੁਦਰਤੀ ਤੌਰ 'ਤੇ ਹੋਣਾ। ਔਰ ਸਾਨੂੰ ਪਤਾ ਕਿ ਚਾਈਨਾ ਦੇ ਨਾਲ ਭਾਰਤ ਦੇ ਰਿਲੇਸ਼ਨ ਜਿਹੜੇ ਹੈਗੇ ਉਹ ਵਧੀਆ ਨਹੀਂ ਹੈ। ਉਹ ਆਏ ਦਿਨ ਬਾਰਡਰ ਦੇ ਉੱਤੇ ਕੁਛ ਨਾ ਕੁਛ ਛੇੜਖਾਨੀ ਕਰਦਾ ਰਹਿੰਦਾ। ਮੋਦੀ ਹੁਣੀ ਚਾਹੇ ਕਹਿਣ ਨਾ ਸਾਡੇ ਮੁਲਕ 'ਚ ਸਰਹੱਦ 'ਚ ਕੋਈ ਨਹੀਂ ਆਇਆ ਅਤੇ ਨਾ ਆਊਗਾ, ਨਾ ਆਇਆ ਅਤੇ ਨਾ ਆਊਗਾ, ਮਤਲਬ ਜਿੱਦਾਂ ਮਰਜ਼ੀ ਆ। ਅਗਲਿਆਂ ਤਾਂ ਆ ਕੇ ਆਪਣੇ ਉੱਥੇ ਬੰਕਰ ਬਣਾਏ, ਆਪਣੇ ਸ਼ਹਿਰ ਉੱਥੇ ਸੈਟਅਪ ਕੀਤੇ ਹੈਗੇ, ਜਿਹੜੀਆਂ ਸੈਟਲਾਈਟ ਪਿਕਚਰਸ ਦਿਖਾਉਂਦੇ ਹੈਗੇ ਆ ਉਹਦੇ ਵਿੱਚ। ਕੱਲ੍ਹ ਨੂੰ ਜੇ ਚਾਈਨਾ ਹੀ ਇੰਡੀਆ ਦਾ ਹੋਰ ਇਲਾਕਾ ਜਿਹੜਾ ਹੜੱਪ ਕਰਨਾ ਚਾਹਵੇ ਤਾਂ ਫਿਰ ਇੰਡੀਆ ਦਾ ਦੋਸਤ ਕੌਣ ਹੋ ਸਕਦਾ? UNO ਦੇ ਵਿੱਚ ਕਿਹੜਾ ਹੋਏਗਾ? ਉਹੀ ਤਾਂ ਗੱਲ ਆ। ਮਤਲਬ ਇੰਡੀਆ ਦੀ ਜਿਹੜੀ ਸਿਚੁਏਸ਼ਨ ਹੈ ਇਸ ਵੇਲੇ ਬਹੁਤ ਕ੍ਰਿਟੀਕਲ ਆ ਵਰਲਡ ਲੈਵਲ 'ਤੇ। ਇੰਡੀਆ ਦਾ ਕੋਈ ਸਪੋਰਟਰ ਨਹੀਂ ਹੋਣਾ। ਔਰ ਇੰਡੀਆ ਇਸ ਵੇਲੇ ਜਿਹੜਾ ਹੈਗਾ, ਜੇ ਉਹਦਾ ਆਲੇ ਦੁਆਲੇ ਦੇਖਿਆ ਜਾਵੇ, ਚਾਈਨਾ ਨਾਲ ਉਹਦੀ ਬਣਦੀ ਨਹੀਂ ਹੈ, ਪਾਕਿਸਤਾਨ ਨਾਲ ਚੰਗੇ ਹਾਲਾਤ ਨਹੀਂ ਹੈਗੇ। ਈਵਨ ਸ਼੍ਰੀਲੰਕਾ ਜਿਹੜਾ ਕਿ ਖਾਸ ਸੀਗਾ, ਭਾਵੇਂ ਛੋਟਾ ਹੀ ਆ, ਸ਼੍ਰੀਲੰਕਾ, ਨੇਪਾਲ, ਇਹਨਾਂ ਨਾਲ ਵੀ ਚੰਗੇ ਤਾਲੁਕਾਤ ਨਹੀਂ ਹੈ। ਅਫਗਾਨਿਸਤਾਨ ਨਾਲ ਵੀ ਚੰਗੇ ਤਾਲੁਕਾਤ ਨਹੀਂ ਹੈ। ਮਤਲਬ ਇੰਡੀਆ ਇੱਕ ਤਰ੍ਹਾਂ ਦਾ ਆਪਣੇ ਦੁਸ਼ਮਣਾਂ ਦੇ ਵਿੱਚ ਹੀ ਘਿਰਿਆ ਕਹਿ ਲਓ। ਬਿਲਕੁਲ ਆਈਸੋਲੇਟ ਹੋਇਆ ਬਿਲਕੁਲ। ਸੋ ਇਹ ਵਿਚ ਇਜ਼ ਇੰਡੀਆ ਨੂੰ ਮਤਲਬ ਹਰ ਕਦਮ ਜਿਹੜਾ ਫੂਕ ਕੇ ਰੱਖਣਾ ਚਾਹੀਦਾ ਹੈਗਾ। ਔਰ ਇੰਡੀਆ ਦੇ ਹਾਲੇ ਵੀ ਜਿਹੜੇ ਬਹੁਤ ਸਾਰੇ ਸਟੂਡੈਂਟ ਜਿਹੜੇ ਯੂਕਰੇਨ ਦੇ ਵਿੱਚ ਆ, ਮਤਲਬ 3-4 ਜਹਾਜ਼ ਉਹਨੇ ਲਿਆਂਦੇ ਤਾਂ ਹੈਗੇ ਆ ਉੱਥੋਂ ਕੱਢ ਕੇ, ਔਰ ਉਹਦੇ ਪ੍ਰੋਪੇਗੈਂਡਾ ਵੀ ਕਾਫੀ ਕੀਤਾ ਕਿ ਅਸੀਂ ਬਾਹਰ ਕੀਤਾ ਹੈਗਾ, ਉਹ ਕੀਤਾ ਹੈਗਾ। ਬਾਕੀ ਕੋਸ਼ਿਸ਼ ਕਰ ਵੀ ਰਹੇ ਆ। ਜਿਹੜੇ ਹੁਣ 4 ਮਿਨਿਸਟਰ ਭੇਜੇ ਹੈਗੇ ਆ ਹੈਲਪ ਵਾਸਤੇ, ਉਹ ਵੀ ਯੂਕਰੇਨ ਤੋਂ ਬਾਹਰ ਹੀ ਬਾਰਡਰ 'ਤੇ ਬੈਠੇ, ਉੱਥੇ ਉਹਨਾਂ ਦਾ ਸਵਾਗਤ ਕਰੀ ਜਾਂਦੇ ਵੀ ਆ ਗਏ ਤੁਸੀਂ, ਤੁਹਾਡਾ ਸਵਾਗਤ ਕਰਦੇ ਹਾਂ। ਇੱਕ ਮੈਂ ਦੇਖਦਾ ਸੀਗਾ, ਉਹ ਉਹਨਾਂ ਨੂੰ ਮਤਲਬ ਸਟੂਡੈਂਟ ਸੀਗੇ, ਕਿੰਨੇ ਸਾਰੇ ਇਕੱਠੇ ਕੀਤੇ ਯੰਗਸਟਰਸ ਬੈਠੇ ਆ ਇੱਕ ਵੱਡੇ ਸਾਰੇ ਹਾਲ ਦੇ ਵਿੱਚ ਸੀਟਾਂ ਦੇ ਉੱਤੇ, ਅਤੇ ਉਹਨਾਂ ਨੂੰ ਕਹਿੰਦੇ ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਨਰਿੰਦਰ ਮੋਦੀ ਜੀ ਕੀ ਜੈ। ਕੋਈ ਨਹੀਂ ਬੋਲਿਆ ਦੁਬਾਰਾ ਕਿਹਾ ਨਰਿੰਦਰ ਮੋਦੀ ਕੀ ਜੈ, ਫਿਰ ਕਿਹਾ ਕੋਈ ਨਹੀਂ ਬੋਲਿਆ। ਮਤਲਬ ਲੋਕਾਂ ਦੀ ਜਿਹੜੀ ਭਾਵਨਾ ਹੈਗੀ ਆ, ਜਿਹੜੀਆਂ ਫੀਲਿੰਗਸ ਹੈਗੀਆਂ ਗੌਰਮੈਂਟ ਦੇ ਪ੍ਰਤੀ ਜਾਂ ਆਪਣੇ ਮੌਜੂਦਾ ਮਿਨਿਸਟਰਸ ਦੇ ਪ੍ਰਤੀ, ਉਹ ਬੜੇ ਵਧੀਆ ਨਹੀਂ ਹੈ। ਬਿਲਕੁਲ। ਮਤਲਬ ਜਿਹੜਾ ਕਿ ਇੱਕ ਰੋਲ ਗੌਰਮੈਂਟ ਨੂੰ ਨਿਭਾਉਣਾ ਚਾਹੀਦਾ ਸੀਗਾ, ਉਹ ਉਹਨਾਂ ਨੇ ਪੂਰਾ ਉਸ ਤਰੀਕੇ ਨਾਲ ਨਹੀਂ ਨਿਭਾਇਆ। ਤਾਂ ਇੰਡੀਆ ਕੋਈ ਇੰਨੀ ਕਮਜ਼ੋਰ ਕੰਟਰੀ ਨਹੀਂ ਹੈ, ਉਹਦੇ ਕੋਲ ਸਾਰੀਆਂ ਸਹੂਲਤਾਂ ਹੈਗੀਆਂ, ਉਹਦੇ ਕੋਲ ਸਾਰੇ ਸਾਧਨ ਹੈਗੇ ਆ, ਪਰ ਜਿਸ ਤਰੀਕੇ ਨਾਲ ਉਹਨਾਂ ਨੂੰ ਚਾਹੀਦਾ ਸੀ ਮਤਲਬ ਉਹ ਉਹਨਾਂ ਨੇ ਨਹੀਂ ਕੀਤਾ। ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਪਹਿਲੇ ਜਿਹੜੇ 5 ਸਾਲ ਸੀਗੇ ਨਰਿੰਦਰ ਮੋਦੀ ਉਹਨਾਂ ਦੇ ਪ੍ਰਾਈਮ ਮਿਨਿਸਟਰੀ ਦੇ ਗੌਰਮੈਂਟ ਦੇ, ਉਹਨਾਂ ਨੇ ਇੰਨੀ ਡਿਪਲੋਮੇਸੀ ਸ਼ੁਰੂ ਕੀਤੀ ਕਿ ਉਹ ਰੋਜ਼ ਹੀ ਵਰਲਡ ਟੂਰ 'ਤੇ ਰਹਿੰਦੇ ਸਨ ਜੀ, ਰੋਜ਼ ਹੀ ਜਹਾਜ਼ ਜੀ। ਔਰ ਉਹਨਾਂ ਨੇ ਇੱਥੋਂ ਤੱਕ ਕਿ ਇਜ਼ਰਾਈਲ ਦੇ ਨਾਲ ਸਾਡੇ ਤਾਲੁਕਾਤ ਨਹੀਂ ਸਨ ਕਾਫੀ ਦੇਰ ਤੋਂ ਅਰਬ ਦੇ ਵਿੱਚ, ਕਿਉਂਕਿ ਦੂਜੇ ਮੈਜੋਰਟੀ ਜਿਹੜੇ ਹੈਗੇ ਹੋਰ ਅਰਬ ਦੇ ਕੰਟਰੀ ਉਹਨਾਂ ਨਾਲ ਸੀਗੇ। ਔਰ ਇਹਨਾਂ ਨੇ ਇਜ਼ਰਾਈਲ ਦੇ ਨਾਲ ਵੀ ਜਾ ਕੇ ਜੱਫੀਆਂ ਪਾ ਕੇ ਮਿਲੇ ਆ ਜੀ। ਔਰ ਇਜ਼ਰਾਈਲ ਜਿਹੜਾ ਹੈਗਾ ਉਹ ਹੁਣ ਇਸ ਬਲੋਕ ਦੇ ਨਾਲ ਖੜਾ ਹੈ ਜੀ।
ਉਹ ਜਿਹੜੀਆਂ ਉਦੋਂ ਤਾਂ ਪ੍ਰਾਈਮ ਮਿਨਿਸਟਰ ਸਾਹਿਬ ਬਿਨਾਂ ਦੱਸਣ ਤੋਂ ਬਿਨਾਂ ਬੁਲਾਉਣ ਤੋਂ ਹੀ ਬਿਰਿਆਨੀ ਖਾਣ ਚਲੇ ਗਏ ਸੀਗੇ ਪਾਕਿਸਤਾਨ 'ਚ। ਹਾਂ ਔਰ ਉਸ ਤੋਂ ਬਾਅਦ ਫਿਰ ਉਸ ਮਤਲਬ ਜਿਹੜਾ ਇੱਕ ਰਿਸ਼ਤਾ ਬਣਾਇਆ ਉਹਨੂੰ ਸੰਭਾਲਣਾ ਵੀ ਚਾਹੀਦਾ। ਬਿਲਕੁਲ ਬਿਲਕੁਲ। ਉਹ ਰਿਸ਼ਤੇ ਜਿਹੜੇ ਹੈਗੇ ਨਾ, ਉਹ ਰਿਸ਼ਤੇ ਜਿਹੜੇ ਖਾਣ ਪੀਣ ਦੇ ਹੁੰਦੇ ਆ ਜੀ। ਜਿਹੜੀ ਪੋਲੀਟਿਕਸ ਹੈ, ਡਿਪਲੋਮੇਸੀ ਆ, ਉਹ ਬੜੀ ਡੀਪ ਹੈਗੀ ਆ ਜੀ। ਜਿਹੜਾ ਉੱਪਰੋਂ ਉੱਪਰੀ ਇੱਕ ਦੂਜੇ ਨੂੰ ਹੈਲੋ ਜੀ ਹੋ ਹਾਏ ਕਰ ਲੈਣਾ, ਉਹ ਇੱਕ ਗੱਲ ਹੋਰ ਆ ਹੈ ਜੀ। ਨਵੇਂ ਸੂਟ ਪਾ ਕੇ ਦਿਖਾ ਦੇਣਾ ਕਿ ਮੈਂ ਵੀ ਇੱਥੇ ਆਇਆ, ਮੈਂ ਵੀ ਉੱਥੇ ਗਿਆ। ਤੁਸੀਂ ਦੇਖੋ ਨਾ ਕਿ ਅੱਜ ਜਿੱਦਣ ਲੜਾਈ ਸ਼ੁਰੂ ਹੋਈ ਆ 24 ਤਰੀਕ ਨੂੰ ਜੀ, ਇਹ ਪਾਕਿਸਤਾਨ ਦਾ ਜਿਹੜਾ ਸਦਰ ਹੈ ਇਮਰਾਨ ਖਾਨ ਉੱਥੇ ਸੀਗੇ, ਉਹ ਰਸ਼ੀਆ ਦੇ ਵਿੱਚ ਸੀਗੇ, ਨਾਲ ਉਹ ਫੋਟੋਆਂ ਖਿਚਾਉਂਦੇ ਸੀਗੇ। ਇਹਦਾ ਇਹ ਨਹੀਂ ਮਤਲਬ ਹੈਗਾ ਕਿ ਜਦ ਕਦੀ ਪਾਕਿਸਤਾਨ 'ਤੇ ਕੋਈ ਭਾਰੀ ਹੋਈ ਤਾਂ ਰਸ਼ੀਆ ਹੈਲਪ ਲਈ ਆਏਗਾ, ਨਹੀਂ। ਉਹਨਾਂ ਨੇ ਆਪਣੀ ਡਿਪਲੋਮੇਸੀ ਵਰਤਣੀ ਆ ਹੈ ਜੀ। ਇਹ ਨਹੀਂ ਕਹਿਣਾ ਵੀ ਲੈ ਵੀ ਇਹ ਬੰਦਾ ਉਸ ਟਾਈਮ 'ਤੇ ਇੱਥੇ ਆਇਆ ਸੀਗਾ ਹੈ ਜੀ। ਸੋ ਜਿੱਥੋਂ ਤੱਕ ਪਿਆਰੇ ਦਰਸ਼ਕੋ, ਹੁਣ ਅਸੀਂ ਥੋੜ੍ਹਾ ਜਿਹਾ ਤੁਹਾਨੂੰ ਇਸ ਗੱਲ ਲਈ ਦੱਸਦੇ ਹਾਂ ਕਿਉਂਕਿ ਜਿਹੜੇ ਸਟੂਡੈਂਟ ਹੈਗੇ ਆ ਨਾ, ਉਹ ਤਕਰੀਬਨ ਇੰਡੀਆ ਨੇ ਕਹਿੰਦੇ ਆ ਕਿ ਉਹ 5-6 ਹਜ਼ਾਰ ਜਿਹੜੇ ਹੈਗੇ ਆ ਉਹ ਕੱਢ ਕੇ ਲੈ ਗਏ ਹੈ। ਅੱਜ ਦੀ ਜਿਹੜੀ ਖਬਰ ਹੈਗੀ ਆ ਉਹ ਇਹ ਹੈ ਕਿ ਕੱਲ੍ਹ ਇੱਕ ਸਟੂਡੈਂਟ ਦੀ ਬਦਕਿਸਮਤੀ ਨਾਲ ਉਹਦੀ ਮੌਤ ਹੋ ਗਈ ਸੀ। ਅੱਜ ਵੀ ਇੱਕ ਦੀ ਹੋ ਗਈ। ਅੱਜ ਜਿਹਦੀ ਹੋਈ ਉਹ ਪੰਜਾਬੀ ਸੀਗਾ ਜੀ। ਪਹਿਲਾਂ ਜਿਹੜੀ ਉਹ ਕਰਨਾਟਕ ਤੋਂ ਸੀ, ਪਹਿਲਾਂ ਕਰਨਾਟਕ ਤੋਂ ਸੀਗਾ, ਅੱਜ ਜਿਹੜੀ ਉਹ ਪੰਜਾਬ ਤੋਂ ਹੋਈ ਆ। ਔਰ ਤਕਰੀਬਨ ਅੱਜ ਦੀ ਖਬਰ ਇਹ ਆ ਕਿ ਇੰਡੀਆ ਨੇ 15 ਜਹਾਜ਼ ਜਿਹੜੇ ਆ ਉਹ 24 ਘੰਟਿਆਂ ਦੇ ਵਿੱਚ ਉੱਥੇ ਭੇਜ ਰਿਹਾ ਬਾਰਡਰ ਦੇ ਉੱਤੇ, ਪੋਲੈਂਡ ਦੇ ਉੱਤੇ। ਔਰ ਉੱਥੋਂ ਜਿੰਨੇ ਵੀ ਸਟੂਡੈਂਟ ਹੈਗੇ ਉਹਨਾਂ ਨੂੰ ਚੱਕ ਕੇ ਲਿਆਉਗੇ। ਔਰ ਜਹਾਜ਼ਾਂ ਦੀ ਗੱਲ ਜਿੱਥੋਂ ਤੱਕ ਇਹ ਹੈਗੀ ਆ, ਪਿਛਲੇ ਹਫ਼ਤੇ ਵੀ ਅਸੀਂ ਪਿਆਰੇ ਦਰਸ਼ਕੋ ਇਹ ਦੱਸਿਆ ਸੀਗਾ ਕਿ ਏਅਰ ਇੰਡੀਆ ਪ੍ਰਾਈਵੇਟ ਕਰਕੇ ਆਪਣੇ ਹੱਥ ਆਪ ਵੱਢ ਲੈ ਜੀ ਹੈ ਜੀ। ਅੱਜ ਸਰਕਾਰ ਦੇ ਕੋਲ ਆਪਣੇ ਏਅਰਕ੍ਰਾਫਟ ਨਹੀਂ ਹੈ। ਅੱਜ ਉਹਨਾਂ ਨੂੰ ਦੁੱਗਣਾ ਤਿੱਗਣਾ ਕਿਰਾਇਆ ਦੇ ਕੇ, ਜਿੰਨੇ ਕੁ ਉਹਨਾਂ ਨੇ ਪੈਸੇ ਲਏ ਆ ਉਦੋਂ ਦੁੱਗਣਾ ਤਿੱਗਣਾ ਕਿਰਾਏ 'ਤੇ ਲੱਗ ਜਾਣੇ ਆ। ਦੇਖੋ ਜਦੋਂ ਸਟੂਡੈਂਟਾਂ ਨੇ ਉੱਧਰੋਂ ਆਉਣਾ ਸੀਗਾ, ਮਤਲਬ ਉਦੋਂ ਜਿਹੜੇ ਕਿਰਾਏ ਹੈਗੇ ਆ ਏਅਰਲਾਈਨਸ ਦੇ ਕਿਰਾਏ, ਮਤਲਬ ਉਹ ਡਬਲ ਤੋਂ ਵੀ ਜ਼ਿਆਦਾ ਕਰ ਦਿੱਤੇ, ਡਬਲ ਟ੍ਰਿਪਲ ਕਰ ਦਿੱਤੇ। ਬਿਲਕੁਲ ਹੈ ਜੀ। ਜੇ ਗਵਰਨਮੈਂਟ ਦੇ ਕੋਲ ਆਪਣੀ ਏਅਰਲਾਈਨ ਹੁੰਦੀ ਘੱਟੋ ਘੱਟ ਇੱਦਾਂ ਦਾ ਨਾ ਹੁੰਦਾ। ਔਰ ਹੁਣ ਕੁਵੈਤ ਤੋਂ ਕਿਰਾਏ 'ਤੇ ਲੈ ਰਹੇ ਆ ਜੀ ਹੈ ਜੀ। ਤੇ ਹਾਂਜੀ, ਬਾਕੀ ਸਾਰਾ ਕੁਝ ਪ੍ਰਾਈਵੇਟ ਕਰੀ ਜਾਂਦੇ। ਹੁਣ ਮੇਰੇ ਖਿਆਲ ਆਪਣਾ ਟਾਈਮ ਤਾਂ ਥੋੜਾ ਰਹਿ ਗਿਆ। ਥੋੜੀ ਜੀ ਝਾਤ ਜਿਹੜੀ ਆ ਯੂਪੀ ਦੇ ਇਲੈਕਸ਼ਨ ਦੇ ਵਿੱਚ ਵੀ ਅੱਜ ਪਿਆਰੇ ਇਲੈਕਸ਼ਨ ਹੋਇਆ, ਉਹ ਵੀ ਥੋੜਾ ਕੁਝ ਗੱਲਾਂ ਇੰਪੋਰਟੈਂਟ ਜਿਹੜੀਆਂ ਹੈਗੀਆਂ 6ਵੇਂ ਫੇਜ਼ ਦੀਆਂ ਵੋਟਾਂ ਪੈ ਚੁੱਕੀਆਂ, ਇੱਕ ਰਹਿੰਦਾ ਹੋਰ ਹੈ ਜੀ। ਤੁਸੀਂ ਉੱਤੇ ਕੋਈ ਗੱਲ ਕਰਨੀ ਮਾੜੀ ਜੀ ਪਿਆਰੇ ਦਰਸ਼ਕੋ। ਬਿਲਕੁਲ ਇਹ ਬਹੁਤ ਇੰਪੋਰਟੈਂਟ ਸੀਗਾ। ਇਹਦੇ ਵਿੱਚ ਕਈਆਂ ਦੇ ਜਿਹੜਾ ਹੈਗਾ ਯੋਗੀ ਆਦਿੱਤਿਆਨਾਥ ਦਾ ਵੀ ਹੈਗਾ ਹਾਂਜੀ, ਔਰ ਇਲਾਕਾ ਸਵਾਮੀ ਪ੍ਰਸ਼ਾਦ ਮੌਰਿਆ ਹਾਂਜੀ, ਉਹ ਵੀ ਮਤਲਬ ਹੈਗੇ ਉਹਨਾਂ ਦੇ, ਔਰ ਚੰਦਰ ਸ਼ੇਖਰ ਆਜ਼ਾਦ, ਮਤਲਬ ਮੇਨ ਬੰਦੇ ਜਿਹੜੇ ਹੈਗੇ ਜਿਨ੍ਹਾਂ ਦੇ ਅੱਜ ਮਤਲਬ ਕੰਸਟੀਚੁਐਂਸੀ ਦੇ ਵਿੱਚ ਵੋਟਾਂ ਪਈਆਂ। ਜਦੋਂ ਆਪਣੇ ਯੋਗੀ ਆਦਿੱਤਿਆਨਾਥ ਜੀ ਹਾਂਜੀ CM ਚੀਫ ਮਿਨਿਸਟਰ ਸਾਹਿਬ ਜਦੋਂ ਆਪਣੇ ਵੋਟ ਪਾਉਣ ਗਏ, ਉਦੋਂ ਉੱਥੇ ਮਸ਼ੀਨ ਜਿਹੜੀ EVM ਮਸ਼ੀਨ ਜਿਹੜੀ ਕਹਿੰਦੇ ਖਰਾਬ ਨਹੀਂ ਹੋ ਸਕਦੀ, ਉਹ ਖਰਾਬ ਹੋ ਗਈ। ਔਰ 15 ਮਿੰਟ ਤੱਕ ਉਹਨਾਂ ਨੂੰ ਉੱਥੇ ਵੇਟ ਕਰਨੀ ਪਈ। ਫਿਰ ਉਹ ਦੁਆਰਾ ਉਹਨੂੰ ਰਿਪੇਅਰ ਵਗੈਰਾ ਕੀਤਾ ਜਾਂ ਚੇਂਜ ਕੀਤੀ, ਔਰ ਉਸ ਤੋਂ ਬਾਅਦ ਉਹ ਵੋਟ ਪਾਉਣ ਵਿੱਚ ਕਾਮਯਾਬ ਹੋਏ। ਫਿਰ ਆ ਕੇ ਉਹ ਜਿਹੜੀ ਉਂਗਲ ਦਿਖਾਉਣ ਲੱਗੇ ਵੀ ਮੈਂ ਵੋਟ ਪਾ ਲਈ ਹੈਗੀ। ਔਰ ਇੱਦਾਂ ਲੱਗਦਾ ਕਿ ਜਿਹੜੇ ਉਹਨਾਂ ਦੀ ਆਪਣੀ ਜਿਹੜੀ ਕੰਸਟੀਚੁਐਂਸੀ ਹੈਗੀ ਆ ਜੀ, ਅੱਗੇ ਕਹਿੰਦੇ ਲਾਸਟ ਟਾਈਮ ਉਹ 60,000 ਵੋਟਾਂ ਨਾਲ ਜਿੱਤੇ ਸੀ, ਜਿੱਥੋਂ ਵੀ ਜਿੱਤੇ ਸੀਗੇ ਜੀ। ਪਰ ਐਤਕੀ ਜਿਹੜੀ ਮਾਰਜਿਨ ਆ ਹੋ ਸਕਦਾ ਬਹੁਤ ਘੱਟ ਹੋਵੇ, ਹੋ ਸਕਦਾ ਹਾਰ ਵੀ ਜਾਣ ਕਿਉਂਕਿ ਗਰਾਊਂਡ ਵਰਕ ਜਿਹੜਾ ਚੱਲ ਰਿਹਾ। ਔਰ 6ਵੇਂ ਫੇਜ਼ ਦੇ ਵਿੱਚ ਆ ਕੇ ਇਹ ਲੱਗਦਾ ਹੈਗਾ ਕਿ ਜਿਹੜਾ ਮੀਡੀਆ ਨੇ ਪਹਿਲਾਂ ਇਹੀ ਬਣਾਇਆ ਕਿ ਜਿਹੜੀ ਫਾਈਟ ਹੈਗੀ ਆ ਉਹ BJP ਵਿੱਚ ਔਰ SP ਦੇ ਵਿੱਚ ਆਪਣੇ ਭਾਰਤੀ ਜਨਤਾ ਪਾਰਟੀ ਔਰ ਸਮਾਜਵਾਦੀ ਪਾਰਟੀ ਦੇ ਵਿੱਚ ਹੈਗਾ। ਔਰ ਬਿਲਕੁਲ ਜਿਹੜੀ ਆਪਣੇ ਬਹੁਜਨ ਸਮਾਜ ਪਾਰਟੀ ਉਹਨੂੰ ਉਹਨਾਂ ਨੇ ਅੱਖੋਂ ਪਰੋਖੇ ਕੀਤਾ ਕਿ ਲੋਕਾਂ ਦੇ ਵਿੱਚ ਉਹਦੀ ਚਰਚਾ ਹੀ ਨਾ ਹੋਵੇ। ਬਿਲਕੁਲ। ਪਰ ਉਹਨਾਂ ਨੇ ਗਰਾਊਂਡ ਲੈਵਲ 'ਤੇ ਕੰਮ ਕੀਤਾ ਬਹੁਤ। ਮੈਡਮ ਮਾਇਆਵਤੀ ਉਹਨਾਂ ਦੀ ਇੰਟਰਵਿਊ ਇੱਕ ਮੈਂ ਦੇਖਦਾ ਸੀ ਅੱਜ ਹੀ ਸੀਗੇ, ਉਹ ਕਹਿੰਦੀ ਅਸੀਂ ਮਤਲਬ ਠੀਕ ਆ ਰੈਲੀਆਂ ਘੱਟ ਕਰਦੇ ਜਾਂ ਇਹਨਾਂ 'ਤੇ ਕਰਦੇ, ਇਹਨਾਂ ਦਾ ਆਪਣਾ ਸਟਾਈਲ ਹੈਗਾ, ਅਸੀਂ ਇਹਨਾਂ ਦੇ ਕਿਸੇ ਦੇ ਮਗਰ ਲੱਗ ਕੇ ਨਹੀਂ ਕੰਮ ਕਰਦੇ, ਸਾਡਾ ਆਪਣਾ ਸਟਾਈਲ ਹੈਗਾ, ਅਸੀਂ ਕੇਡਰ ਹੋਲਡ ਕਰਦੇ ਹਾਂ, ਅਸੀਂ ਉਸ ਲੈਵਲ 'ਤੇ ਕੰਮ ਕਰਦੇ ਹਾਂ ਔਰ ਕੰਮ ਕੀਤਾ ਹੈਗਾ। ਉਹਨੇ ਦੱਸਿਆ ਵੀ ਕਿੰਨੀਆਂ ਮੀਟਿੰਗਾਂ ਮੈਂ ਕੀਤੀਆਂ ਹੈਗੀਆਂ, ਕਿਸ ਤਰੀਕੇ ਨਾਲ ਅਸੀਂ ਕੰਮ ਕਰਦੇ ਹੈਗੇ ਹਾਂ। ਔਰ ਉਹ ਜਦੋਂ ਰਿਜ਼ਲਟ ਆਉਣਗੇ ਤਾਂ ਰਿਜ਼ਲਟ ਉਹ ਕਹਿੰਦੇ ਕਿ ਸਰਪ੍ਰਾਈਜ਼ ਕਰਨ ਵਾਲੇ ਹੋਣਗੇ। ਬਹੁਤ ਕੌਨਫੀਡੈਂਟ ਹੈਗੇ
ਹੈਗੇ ਆ ਕਿ ਹਾਲੇ ਵੀ ਜਿਹੜੀ ਹੈਗੀ ਆ ਓਵਰਆਲ ਮੈਜੋਰਟੀ ਲੈ ਕੇ ਜਾ ਸਕਦੇ ਆ। ਔਰ ਹੋ ਸਕਦਾ ਕਿਸੇ ਨੂੰ ਮੈਜੋਰਟੀ ਨਾ ਮਿਲੇ, ਪਰ ਜਿਹੜੀ ਹੈਗੀਆਂ ਵੋਟਾਂ ਮਤਲਬ ਡਿਵਾਈਡ ਹੋ ਜਾਣ ਔਰ ਜਿਹੜੀ ਕੋਲੀਸ਼ਨ ਗਵਰਨਮੈਂਟ ਵੀ ਬਣਾਉਣੀ ਪੈ ਸਕਦੀ ਹੈਗੀ ਆ। ਚਾਂਸਸ ਕਈ ਹੋ ਸਕਦੇ, ਪਰ ਇਹ ਪੋਸੀਬਲ ਆ ਕਰਕੇ ਕਹਿੰਦੇ ਕਿ ਜਿਹੜੀ ਮੇਨਲੀ ਜਿਹੜੀ ਲੜਾਈ ਹੈਗੀ ਆ BJP ਔਰ ਸਮਾਜਵਾਦੀ ਪਾਰਟੀ ਹੈਗੀ ਆ, ਮੀਡੀਆ ਦੇ ਵਿੱਚ ਆਮ ਇਹ ਦੱਸਦੇ ਆ, ਇਹੋ ਹੀ ਦੱਸਦੇ ਆ। ਪਰ ਜਿਹੜਾ ਸੋਸ਼ਲ ਮੀਡੀਆ ਆ ਉਹਦੇ ਵਿੱਚ ਇਹ ਵੀ ਦੱਸਦੇ ਆ ਕਿ ਇਹ ਤਾਂ ਜਿਹੜਾ ਗੋਦੀ ਮੀਡੀਆ ਹੈ ਨਾ ਉਹ ਦੱਸਦਾ ਹੈਗਾ, ਪਰ ਜਿਹੜੇ ਲੋਕ ਕਹਿੰਦੇ ਆ ਕਿ ਹੋ ਸਕਦਾ ਕਿ BJP ਜਿਹੜੀ ਉਹ ਤੀਜੇ ਨੰਬਰ 'ਤੇ ਆਵੇ, ਯਾਰ ਪਹਿਲੇ ਨੰਬਰ 'ਤੇ ਹੋ ਸਕਦਾ ਜਿਹੜੀ ਸਮਾਜਵਾਦੀ ਪਾਰਟੀ ਆ ਜਾਵੇ ਜਾਂ BSP ਆ ਜਾਵੇ ਜਾਂ ਇਹਨਾਂ 'ਚੋਂ ਇੱਕ ਦੂਜੇ 'ਚੋਂ ਕੋਈ ਵੀ ਆ ਜਾਵੇ, ਉਹ ਜਿਹੜੀ BJP ਹੈਗੀ ਉਹ ਤੀਜੇ ਨੰਬਰ ਦੀ ਹੋਵੇ। ਪਰ EVM ਆ ਕੁਛ ਵੀ ਪੋਸੀਬਲ ਹੋ ਸਕਦਾ ਜੀ। ਯਾਰ ਹੁਣ ਇੱਕ ਮਤਲਬ ਅੱਜ ਦੀ ਸੀਗੀ ਉਹ ਦਿਖਾਉਂਦੇ ਸੀਗੇ ਕਿ ਉੱਥੇ ਵੋਟਾਂ ਪਾਉਣ ਗਏ ਗੋਰਖਪੁਰ ਦੇ ਵਿੱਚ ਹੀ ਸੀ ਜੀ, ਉੱਥੇ 300 ਲੋਕਾਂ ਦੀਆਂ 300 ਵੋਟਰਸ ਦੀ ਲਿਸਟ ਵਿੱਚੋਂ ਨਾ ਹੀ ਮਿਸ ਗਿਆ। ਉਹ ਇੱਕ 81 ਈਅਰ ਓਲਡ ਲੇਡੀ, ਉਹ ਕਹਿੰਦੀ ਮੈਂ ਸਾਰੀ ਉਮਰ ਵੋਟਾਂ ਪਾਉਂਦੀ ਹਾਂ, ਆਧਾਰ ਕਾਰਡ ਉਹਦੇ ਕੋਲ ਆ, ਉਹਦੇ ਕੋਲ ਜਿਹੜਾ ਆਪਣੇ ਜਿਹੜੀ ID ਹੈਗੀ ਆ ਜੀ ਵੋਟਰ ਦੀ ID ਉਹ ਉਹਦੇ ਕੋਲ ਆ, ਔਰ ਇੱਕ ਜ਼ਿਲ੍ਹਾ ਅਧਿਆਕਸ਼ ਰਹੀ ਆ ਲੇਡੀ, ਉਹਦੇ ਕੋਲ ਉਹਦਾ ਲਿਸਟ ਵਿੱਚ ਨਾਂ ਨਹੀਂ ਹੈ। ਯੂ ਨੋ ਮਤਲਬ ਹੇਰਾ ਫੇਰੀ ਕਰਨ ਲੱਗਿਆ, ਕੋਈ ਕਸਰ ਛੱਡੀ ਨਹੀਂ ਹੈਗੀ। ਆਉਣ ਵਾਲੇ ਸਮੇਂ 'ਚ ਰਿਜ਼ਲਟ ਕੀ ਹੋਊਗਾ ਪਤਾ ਨਹੀਂ। ਇੱਕ ਮੈਂ ਗੱਲ ਕਹਾਂ ਦਵਿੰਦਰ ਜੀ, ਜਿਹੜੀ ਹਾਂ ਤੁਸੀਂ ਦੱਸਦੇ ਨਾ, ਬਹੁਤ ਮੀਡੀਆ ਦੇ ਵਿੱਚ ਇਸ ਗੱਲ ਦੀ ਚਰਚਾ ਹੋਈ ਪਿਆਰੇ ਦਰਸ਼ਕੋ, EVM ਦੀ ਵੀ ਔਰ ਵੋਟ ਦੇ ਜਿਹੜਾ ਹੈਗਾ ਲਿਸਟ ਦੇ ਵਿੱਚ ਵੋਟ ਨਾ ਹੋਣਾ ਜੀ, ਇਹ ਦੋਏ ਗੱਲਾਂ ਜਿਹੜੀਆਂ ਇਹ ਕ੍ਰਿਮੀਨਲ ਐਕਟ ਹੈਗੇ ਆ ਅਗੇਂਸਟ ਦਾ ਡੈਮੋਕ੍ਰੇਸੀ, ਔਰ ਇਹਨਾਂ ਦੇ ਉੱਤੇ ਜਿਹੜਾ ਐਕਸ਼ਨ ਲੈਣਾ ਹੈਗਾ ਉਹ ਇਲੈਕਸ਼ਨ ਕਮਿਸ਼ਨ ਦਾ ਬਣਦਾ ਜੀ। ਭਈ ਮਸ਼ੀਨ ਕਿਉਂ ਖਰਾਬ ਹੋਈ ਔਰ ਉਹਦੇ ਲਿਸਟ ਦੇ ਵਿੱਚ ਵੋਟ ਕਿਉਂ ਨਹੀਂ, ਇਹ ਇਟਸ ਏ ਵੈਰੀ ਸੀਰੀਅਸ ਇਸ਼ੂ ਕਿ ਕਿਸੇ ਨੂੰ ਡਿਸਫਰੈਂਚਾਈਜ਼ ਕਰਨਾ ਹੈ ਜੀ, ਕਿਸੇ ਦਾ ਹੱਕ ਜਿਹੜਾ ਬਿਲਕੁਲ ਖ਼ਤਮ ਕਰ ਦੇਣਾ। ਇੱਥੇ ਕੋਈ ਇਹੋ ਜਿਹਾ ਗੱਲ ਹੋਵੇ ਨਾ ਔਰ ਇਹ ਆ ਕਿ ਪ੍ਰੋਸੀਕਿਊਟ ਕਰਦੇ ਆ, ਇੱਥੇ ਤੁਸੀਂ ਦੇ ਲਓ ਕੋਈ ਵੀ ਕਿਸੇ ਦੀ ਜਾ ਕੇ ਉੱਦਾਂ ਵੋਟ ਪਾ ਦੇਵੇ ਉਹਨੂੰ ਪ੍ਰੋਸੀਕਿਊਟ ਕਰਦੇ ਆ ਹੈ ਜੀ। ਮੈਨੂੰ ਪਤਾ ਬੁਲਰਹੰਟਨ ਦੇ ਵਿੱਚ ਕਈ ਸਾਲ ਹੋ ਗਏ ਆ, ਕਿਸੇ ਨੇ ਜਾ ਕੇ ਕਿਸੇ ਦੀ ਵੋਟ ਪਾਤੀ ਸੀ ਔਰ ਉਹ ਸਿਆਣਾ ਸੀਗਾ, ਉਹਨੂੰ ਪਤਾ ਨਹੀਂ, ਕਾਰਡ ਫੜਾਤਾ, ਜਾ ਕੇ ਉਹ ਵੋਟ ਪਾਇਆ ਹੈ ਜੀ, ਔਰ ਫਿਰ ਦੁਬਾਰਾ ਵੀ ਉਹ ਗਿਆ, ਉਹਨਾਂ ਨੇ ਪਛਾਣ ਲਿਆ ਹੈ ਜੀ, ਉਹਨਾਂ ਪ੍ਰੋਸੀਕਿਊਟ ਕੀਤਾ, ਉਹਨੂੰ ਜੇਲ੍ਹ ਹੋਈ ਸੀਗੀ ਜੀ। ਉਹ ਸਿਆਣਾ ਸੀਗਾ, ਪੰਜਾਬੀ ਆਦਮੀ ਸੀਗਾ, ਅਤੇ ਉਹਨੂੰ ਜੇਲ੍ਹ ਹੋਈ ਸੀਗੀ। ਔਰ ਇੰਡੀਆ ਦੇ ਵਿੱਚ ਰੋਜ਼ ਇਹੋ ਜਿਹੀਆਂ ਗੱਲਾਂ ਹੁੰਦੀਆਂ ਜੀ ਹੈ ਜੀ। ਮਤਲਬ ਪਿਛਲੇ ਫੇਜ਼ ਜਿਹੜੇ ਆ ਉਹਨਾਂ ਵਿੱਚ ਵੀ ਇੱਦਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਸਾਹਮਣੇ ਆਈਆਂ ਬਹੁਤ ਸਾਰੀਆਂ, ਔਰ ਮਤਲਬ ਇਹ ਹਰੇਕ ਫੇਜ਼ ਦੇ ਵਿੱਚ ਹੀ ਆਈਆਂ ਹੈਗੀਆਂ। ਬਿਲਕੁਲ। ਜਿਹੜੀ ਸੋਸ਼ਲ ਮੀਡੀਆ ਦੀ ਤੁਸੀਂ ਗੱਲ ਕਰਦੇ ਆ, ਦੋ ਗੱਲਾਂ ਜਿਹੜੀਆਂ ਉਹਦੇ 'ਤੇ ਬਹੁਤ ਸ਼ੁਰੂ ਦੇ ਵਿੱਚ ਹੀ ਆਈਆਂ। ਉਹਨਾਂ ਨੇ ਕਿਹਾ ਕਿ ਤਕਰੀਬਨ ਜਿੱਥੇ ਇਹਨਾਂ ਦੀ ਹਾਰ ਦੇ ਆਸਾਨ ਹੈ ਨਾ, EVM ਜਿਹੜੀ ਹੈਗੀ ਆ ਮਸ਼ੀਨ, ਉਹਦੇ ਵਿੱਚ ਵੋਟਾਂ ਜਿਹੜੀਆਂ ਪਹਿਲਾਂ ਹੀ ਉਸ ਹਿਸਾਬ ਦੇ ਨਾਲ ਕਿਸੇ ਦੇ ਵਿੱਚ 20,000 ਕਿਸੇ 'ਚ 25,000 ਉਹ ਪਹਿਲਾਂ ਹੀ ਐਡ ਕੀਤੀਆਂ ਹੈ ਜੀ। ਬਾਅਦ ਦੇ ਵਿੱਚ ਮਸ਼ੀਨ ਜੋ ਮਰਜ਼ੀ ਕਰੀ ਜਾਵੇ, ਉਹਨਾਂ ਨੇ ਪਹਿਲਾਂ ਉਹ ਲਿਸਟ ਦੇ ਵਿੱਚ ਐਡ ਕਰ ਦਿੱਤੀਆਂ। ਉਹ ਜਿਹੜੀਆਂ ਵੋਟਾਂ ਐਡ ਕੀਤੀਆਂ ਹੈਗੀਆਂ ਉਹਦੇ ਹਿਸਾਬ ਦੇ ਨਾਲ ਜਿਹੜੀਆਂ ਜਿਨ੍ਹਾਂ ਦੇ ਨਾਂ ਦੇ ਉੱਤੇ ਟਿਕ ਮਾਰ ਕਰਕੇ ਕੀਤੀਆਂ ਐਡ ਹੈ ਜੀ, ਉਹ ਉਹਨਾਂ ਲੋਕਾਂ ਦੀਆਂ ਹੋਣੀਆਂ ਜਿਹਨਾਂ ਦੀ ਵੋਟ ਨਹੀਂ ਨਿਕਲਦੀ। ਬਿਲਕੁਲ ਹੈ ਜੀ। ਔਰ ਫਿਰ ਨਾਲ ਇਹ ਵੀ ਆ ਕਿ ਪਿਛਲੀ ਵਾਰੀ ਜਦੋਂ ਜਨਰਲ ਇਲੈਕਸ਼ਨ ਸੀਗਾ, ਤੁਹਾਨੂੰ ਪਤਾ ਕਿੱਦਾਂ ਰੌਲਾ ਪਿਆ ਸੀਗਾ। EVM ਮਸ਼ੀਨਾਂ ਜਿਹੜੀਆਂ 20,000 2 ਲੱਖ ਹੈ 2 ਲੱਖ ਕਹਿੰਦੇ ਸੀ, ਨਹੀਂ 20,000 ਜਿਹੜੀਆਂ ਸੀਗੀਆਂ ਉਹ ਮਿਸਟੇਕ ਸੀਗੀਆਂ ਹੈ ਜੀ। ਉਹ 20,000 ਜਿਹੜੀਆਂ ਆਰਡਰ ਕੀਤਾ ਹੈਗਾ ਉਹ ਕਿਤੇ ਲੱਜੀਆਂ ਹੀ ਨਹੀਂ। ਔਰ ਲੋਕ ਸੋਸ਼ਲ ਮੀਡੀਆ ਇਹ ਕਹਿੰਦਾ ਹੈਗਾ ਪਿਆਰੇ ਦਰਸ਼ਕੋ ਹੁਣ ਕਿ ਇਹਨਾਂ ਨੇ ਉਹ ਲੁਕੋ ਕੇ ਉਦੋਂ ਦੀਆਂ ਰੱਖੀਆਂ ਸੀ, ਔਰ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਦਾ ਬ੍ਰੇਨ ਹੈਗਾ ਜੀ, ਜਿਸ ਹਿਸਾਬ ਨਾਲ ਕੰਮ ਕਰਦਾ ਹੈਗਾ, ਉਹ ਇਹਨਾਂ ਨੇ ਬ੍ਰੇਨ ਚੇਂਜ ਕਰਕੇ ਉਸ ਮਸ਼ੀਨ ਦਾ ਕਿ ਤੁਸੀਂ ਜਿਹਦਾ ਮਰਜ਼ੀ ਬਟਨ ਦੱਬੋ ਉਹ ਵੋਟ ਜਾਣੀ BJP ਨੂੰ ਜੀ ਹੈ ਜੀ। ਇਹੋ ਜਿਹੀ ਸਿਸਟਮ ਜਿਹੜਾ ਉਹਦੇ ਵਿੱਚ ਚੇਂਜ ਕਰਕੇ ਉਹ ਵਰਤ ਰਹੇ ਆ। ਇੱਕ ਹੋਰ ਘਪਲਾ ਜਿਹੜਾ ਕਰਦੇ ਆ ਪੋਸਟਲ ਵੋਟ ਦੇ ਨਾਲ। ਹਾਂਜੀ, ਜਿਹੜੀ ਪੋਸਟਲ ਵੋਟ ਆ ਨਾ, ਉਹ ਜਿੱਦਣ ਆਪਣੇ ਵੋਟ ਕਾਊਂਟ ਹੋਣੀ ਆ ਉਸ ਦਿਨ ਸਵੇਰੇ 7 ਵਜੇ ਤੱਕ ਉਹਨਾਂ ਕੋਲ ਪਹੁੰਚ ਜਾਏ ਤਾਂ ਕਾਊਂਟ ਹੁੰਦੀ ਆ ਜੀ। ਮਤਲਬ ਹੁਣ ਜੇ ਇਲੈਕਸ਼ਨ ਪੰਜਾਬ 'ਚ ਬੰਦ ਵੀ ਹੋ ਗਿਆ, ਪਰ ਜਿਹੜੇ ਪੋਸਟਲ ਵੋਟਾਂ ਲੋਕੀ ਹਾਲੇ ਵੀ ਪੋਸਟ ਕਰ ਸਕਦੇ ਆ।
ਮਤਲਬ ਉਹ ਕਈ ਵਾਰੀ ਬਾਹਰ ਗਏ ਆ, ਡਿਊਟੀ ਤੇ ਗਏ ਆ, ਮਤਲਬ ਉਹਨਾਂ ਦੀ ਇਲੈਕਸ਼ਨਾਂ ਦੇ ਵਿੱਚ ਹੀ ਡਿਊਟੀ ਲੱਗੀ ਆ, ਉਹ ਨਹੀਂ ਸੀ ਪੋਸਟ ਮਤਲਬ ਪਾ ਸਕਦੇ, ਤਾਂ ਬਾਈ ਪੋਸਟ ਉਹ ਭੇਜ ਸਕਦੇ ਆ। ਈਵਨ ਜਿਹੜੇ ਆਰਮੀ ਹੈਗੇ ਪਰਸਨਲ ਉਹ ਭੇਜ ਸਕਦੇ ਆ, ਯੂ ਨੋ। ਸੋ ਇਸ ਤਰੀਕੇ ਨਾਲ ਉਹ ਜਿਹੜੀਆਂ ਪੋਸਟਲ ਵੋਟ ਹੈਗੀ ਆ। ਔਰ ਆਪਾਂ ਨੂੰ ਪਤਾ ਬਿਹਾਰ ਦੇ ਵਿੱਚ ਲਾਸਟ ਜਦੋਂ ਕਾਊਂਟਿੰਗ ਹੁੰਦੀ ਸੀ, ਕਈ ਵਾਰੀ ਅਨਾਉਂਸ ਵੀ ਕਰ ਦਿੱਤਾ ਕਿ ਫਲਾਂ ਜਿਹੜਾ ਹੈਗਾ ਕੈਂਡੀਡੇਟ ਇਹ ਵਿਨ ਹੋ ਗਿਆ, ਮਗਰੋਂ ਕਹਿੰਦੇ ਹੋਲਡ ਆਨ, ਮਗਰੋਂ ਪਤਾ ਲੱਗਾ ਕਿ 50-60 ਵੋਟਾਂ ਨਾਲ ਉਹ ਹਾਰ ਜਾਂਦਾ। ਸੋ ਇਹ ਪੋਸਟਲ ਵੋਟ ਦੇ ਵਿੱਚ ਵੀ ਘਪਲਾ ਜਿਹੜਾ ਹੈ ਨਾ ਇਹ ਪੋਸੀਬਲ ਆ, ਮਤਲਬ ਉਹ ਕਰਦੇ ਹੈਗੇ ਆ। ਸੋ ਐਕਚੁਅਲੀ ਜਿਹੜਾ ਡੈਮੋਕ੍ਰੇਸੀ ਜਿਹੜੀ ਵੋਟ ਦਾ ਹੱਕ ਹੈਗਾ ਆ, ਜਿਹੜਾ ਲੋਕਾਂ ਦਾ ਹੱਕ ਉਹ ਖੋਇਆ ਜਾ ਰਿਹਾ। ਬਿਲਕੁਲ ਬਿਲਕੁਲ ਉਹ ਮਿਲੀ ਭਗਤ ਹੈਗੀ ਆ, ਉਹ 'ਚ ਇਲੈਕਸ਼ਨ ਕਮਿਸ਼ਨ ਵੀ ਹੈਗਾ, ਉਹਦੇ ਵਿੱਚ ਸਰਕਾਰਾਂ ਵੀ ਹੈਗੀਆਂ, ਲੋਕਾਂ ਦਾ ਹੱਕ ਹੈਗਾ। ਲੋਕਾਂ ਨੂੰ ਆਪਣਾ ਹੱਕ ਆਪ ਹੀ ਪ੍ਰੋਟੈਕਟ ਕਰਨਾ ਪੈਣਾ, ਆਪ ਹੀ ਲੈਣਾ ਪੈਣਾ। ਬਿਲਕੁਲ ਪਿਆਰੇ ਦਰਸ਼ਕੋ, ਟਾਈਮ ਖਤਮ ਹੋ ਗਿਆ ਔਰ ਅਖੀਰ ਵਿੱਚ ਅਸੀਂ ਜਿਨ੍ਹਾਂ ਸਾਥੀਆਂ ਨੇ ਟੈਲੀਫੋਨ ਕਰਕੇ ਹਿੱਸਾ ਲਿਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਔਰ ਨਾਲ ਹੀ ਅਸੀਂ ਜਿਸ ਤਰ੍ਹਾਂ ਡਾਕਟਰ ਮੁਹੰਮਦ ਸਾਹਿਬ ਨੇ ਕਿਹਾ ਕਿ ਪ੍ਰੇ ਕਰੋ ਕਿ ਇਹ ਜਿਹੜੀ ਲੜਾਈ ਹੈਗੀ ਆ ਇਹ ਖਤਮ ਹੋ ਜਾਏ, ਜਿਹੜੀ ਹੈਗੀ ਆ ਹਿਊਮੈਨਿਟੀ ਹੈਗੀ ਆ, ਹਿਊਮੈਨਿਟੀ ਔਰ ਇਨਸਾਨ ਔਰ ਇਨਸਾਨੀਅਤ ਦਾ ਜਿਹੜਾ ਕਾਣ ਮਚਾ ਹੋ ਰਿਹਾ ਉਹ ਬੰਦ ਹੋ ਜਾਏ, ਕਿਉਂਕਿ 21ਵੀਂ ਸਦੀ ਦਾ ਜਿਹੜਾ ਹੈਗਾ ਇਹ ਜ਼ਮਾਨਾ ਹੈਗਾ, ਇਹ ਪੁਰਾਣਾ ਜ਼ਮਾਨਾ ਪਹਿਲੀ ਦੂਜੀ ਚੌਥੀ ਸਦੀ ਦਾ ਨਹੀਂ ਕਿ ਜਿਹੜਾ ਵੀ ਮੁਲਕ ਜਿਹੜਾ ਵੀ ਰਾਜਾ ਆਵੇ ਜਿਹਦੇ ਉੱਤੇ ਮਰਜ਼ੀ ਰਾਜ ਕਰ ਲਵੇ। ਅੱਜ ਕੱਲ੍ਹ ਡੈਮੋਕ੍ਰੇਸੀ ਔਰ ਡੈਮੋਕ੍ਰੈਟਿਕ ਰਾਈਟ ਜਿਹੜੇ ਹਰ ਇੱਕ ਮੁਲਕ ਦੇ ਹੈਗੇ ਆ। ਸੋ ਅਖੀਰ ਵਿੱਚ ਸਾਡੇ ਦੋਹਾਂ ਵੱਲੋਂ ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਇਸੇ ਤਰ੍ਹਾਂ ਇਹੋ ਜਿਹਾ ਪ੍ਰੋਗਰਾਮ ਲੈ ਕੇ ਅਗਲੇ ਹਫ਼ਤੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਥੈਂਕ ਯੂ।